हाँ जी ਬੱਚਿਓ, ਅੱਜ ਅਸੀਂ ਆਪਣੇ ਸਿਲੇਬਸ ਦੇ ਸੈਕਸ਼ਨ ਸੀ ਦੇ ਸਪਲੀਮੈਂਟਰੀ ਦਾ ਜੋ ਪਹਿਲਾ ਚੈਪਟਰ ਹੈ ਦਾ ਸਕੂਲ ਫॉर ਸਿੰਪਥੀ ਉਸ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਇਸ ਚੈਪਟਰ ਨੂੰ ਈਵੀ ਲਿਊਕਸ ਨੇ ਲਿਖਿਆ ਹੈ, ਤਾਂ ਰਾਈਟਰ ਬਾਰੇ ਥੋੜੀ ਜੀ ਜਾਣਕਾਰੀ ਪਹਿਲਾਂ ਲੈ ਲੈਂਦੇ ਹਾਂ। ਈਵੀ ਲਿਊਕਸ ਇੱਕ ਬਹੁਤ ਹੀ ਸ਼ਾਨਦਾਰ ਅਸਰ ਵਾਲੇ ਐਸੇਇਸਟ ਨੇ। ਐਸੇਇਸਟ ਦਾ ਮਤਲਬ ਜੋ ਐਸੇ ਲਿਖਦੇ ਨੇ, ਲੇਖ ਲਿਖਦੇ ਨੇ। ਉਹ ਪੰਚ ਮੈਗਜ਼ੀਨ ਦੇ ਵਿੱਚ ਵਨ ਟਾਈਮ ਅਸਿਸਟੈਂਟ ਐਡੀਟਰ ਵੀ ਰਹੇ ਤੇ ਉਹਨਾਂ ਦੇ ਕੁਝ ਸ਼ਾਨਦਾਰ ਵਰਕਸ ਨੇ, ਜਿਵੇਂ ਕਿ ਲਾਈਫ ਆਫ ਚਾਰਲਸ ਲੈਂਬ ਐਂਡ ਲੈਟਰਸ ਆਫ ਚਾਰਲਸ ਐਂਡ ਮੈਰੀ ਲੈਂਬ। ਇਹ ਜਿਹੜੇ ਚਾਰਲਸ ਐਂਡ ਮੈਰੀ ਲੈਂਬ ਇਹ ਦੋਨੇ ਬਹੁਤ ਹੀ ਸ਼ਾਨਦਾਰ ਸਾਡੇ ਇੰਗਲਿਸ਼ ਲਿਟਰੇਚਰ ਦੇ ਰਾਈਟਰ ਰਹੇ ਨੇ। ਇਸੇ ਤਰ੍ਹਾਂ ਉਹਨਾਂ ਦਾ ਇੱਕ ਵਰਕ ਹੈ ਦਾ ਓਪਨ ਰੋਡ ਐਂਡ ਦਾ ਫਰੈਂਡਲੀ ਟਾਊਨ। ਤਾਂ ਇਹ ਦੋ ਵਰਕਸ ਨੇ ਉਹਨਾਂ ਦੇ, ਜਿਨ੍ਹਾਂ ਨੂੰ ਅਸੀਂ ਐਂਥੋਲੋਜੀਜ਼ ਕਹਿੰਦੇ ਹਾਂ। ਐਂਥੋਲੋਜੀਜ਼ ਦਾ ਮਤਲਬ ਹੁੰਦਾ ਹੈ ਵਰਕਸ ਆਫ ਆਰਟ, ਕਲਾ ਦੇ ਖੇਤਰ ਜੋ ਬਹੁਤ ਹੀ ਸੁੰਦਰ ਵਰਕ ਕੀਤਾ ਜਾਂਦਾ ਹੈ, ਬੁੱਕ ਦੀ ਸ਼ੇਪ 'ਚ ਉਹਨੂੰ ਅਸੀਂ ਕਹਿੰਦੇ ਹਾਂ। ਇਸ ਚੈਪਟਰ ਦੇ ਵਿੱਚ ਲੇਖਕ ਨੇ ਕਿਹਾ ਹੈ ਕਿ ਜੋ ਸਾਡੇ ਸਕੂਲਾਂ ਦੇ ਵਿੱਚ ਪਰੰਪਰਾਗਤ ਤਰੀਕਿਆਂ ਨਾਲ ਪੜ੍ਹਾਈ ਕਰਵਾਈ ਜਾਂਦੀ ਹੈ, ਟ੍ਰੈਡੀਸ਼ਨਲ ਐਂਡ ਕਨਵੈਨਸ਼ਨਲ ਐਜੂਕੇਸ਼ਨ ਕਰਵਾਈ ਜਾਂਦੀ ਹੈ, ਉਹ ਸਹੀ ਨਹੀਂ ਹੈ। ਇਹ ਸਿਰਫ ਸੂਚਨਾਵਾਂ ਦਾ ਆਦਾਨ ਪ੍ਰਦਾਨ ਕਰਦੀ ਹੈ। ਲੇਕਿਨ ਇਸ ਚੈਪਟਰ ਦੇ ਵਿੱਚ ਇੱਕ ਅਜਿਹੇ ਸਕੂਲ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਨੂੰ ਕਿ ਸਕੂਲ ਫॉर ਸਿੰਪਥੀ ਕਿਹਾ ਗਿਆ ਹੈ, ਜੋ ਕਿ ਸਟੂਡੈਂਟਸ ਦੇ ਅੰਦਰ ਜਿਹੜੇ ਡਿਸੇਬਲਡ ਇਨਸਾਨ ਨੇ, ਲਾਈਕ ਜਿਵੇਂ ਕੋਈ ਲੰਗੜਾ ਹੈ, ਅੰਨਾ ਹੈ, ਗੂੰਗਾ ਜਾਂ ਬੋਲਾ ਹੈ, ਤਾਂ ਉਹਨਾਂ ਦੇ ਅੰਦਰ ਉਹ ਸਿੰਪਥੀ ਕ੍ਰੀਏਟ ਕੀਤੀ ਜਾਂਦੀ ਹੈ, ਇਹਨਾਂ ਪ੍ਰਤੀ ਹਮਦਰਦੀ ਕ੍ਰੀਏਟ ਕੀਤੀ ਜਾਂਦੀ ਹੈ ਨੋਵਲ ਮੈਥਡ ਦੇ ਨਾਲ। ਨੋਵਲ ਦਾ ਮਤਲਬ ਨਵੀਨ ਤਰੀਕਿਆਂ ਦੇ ਨਾਲ ਪੜ੍ਹਾਈ ਕਰਵਾ ਕੇ ਇਹਨਾਂ ਡਿਸੇਬਲਡ ਪਰਸਨ ਦੇ ਪ੍ਰਤੀ ਬੱਚਿਆਂ ਦੇ ਅੰਦਰ ਹਮਦਰਦੀ ਪੈਦਾ ਕੀਤੀ ਜਾਂਦੀ ਹੈ। ਤਾਂ ਜਿਹੜਾ ਮੇਨ ਅਚੀਵਮੈਂਟ ਆਫ ਇਸ ਸਕੂਲ ਦਾ ਕੀ ਹੈ, ਮੇਨ ਪ੍ਰਾਪਤੀ ਕੀ ਹੈ, ਮੁੱਖ ਪ੍ਰਾਪਤੀ ਸਕੂਲ ਦੀ ਇਹ ਹੈ ਕਿ ਇਹ ਅਜਿਹੇ ਸਿਟੀਜ਼ਨਸ ਦਾ ਨਿਰਮਾਣ ਕਰਦਾ ਹੈ ਜਿਨ੍ਹਾਂ ਦਾ ਵਾਕਈ ਦਿਲ ਜਿਹੜਾ ਹੁੰਦਾ ਹੈ ਉਹ ਬਹੁਤ ਹੀ ਵਧੀਆ ਹੁੰਦਾ ਹੈ, ਮਤਲਬ ਉਹ ਦਿਲੋਂ ਬਹੁਤ ਵਧੀਆ ਇਨਸਾਨ ਹੁੰਦੇ ਨੇ। ਹਾਂਜੀ, ਚੈਪਟਰ ਸ਼ੁਰੂ ਕਰਦੇ ਹਾਂ। I had heard a great deal about Miss Beam School, but not till last week did the chance come to visit it. ਤਾਂ ਲੇਖਕ ਦੱਸਦਾ ਹੈ, ਕਹਿੰਦਾ ਮੈਂ ਮਿਸ ਬੀਮ ਦੇ ਸਕੂਲ ਬਾਰੇ ਬਹੁਤ ਕੁਝ ਸੁਣਿਆ ਸੀ। ਆ ਗ੍ਰੇਟ ਡੀਲ ਦਾ ਮਤਲਬ ਬਹੁਤ ਜ਼ਿਆਦਾ, ਡਿਟਰਮੀਨਰ ਹੈ। ਆ ਗ੍ਰੇਟ ਡੀਲ ਇਸ ਦਾ ਮਤਲਬ ਹੁੰਦਾ ਹੈ ਕਾਫੀ ਕੁਝ, ਬਹੁਤ ਜ਼ਿਆਦਾ। ਪਰ ਪਿਛਲੇ ਵੀਕ ਤੱਕ ਮੈਨੂੰ ਕੋਈ ਮੌਕਾ ਨਹੀਂ ਮਿਲਿਆ ਇਸ ਨੂੰ ਵਿਜ਼ਿਟ ਕਰਨ ਦਾ, ਮਤਲਬ ਇਸ ਸਕੂਲ ਨੂੰ ਜਾਣ ਦੇ ਲਈ ਮੈਂ ਪਿਛਲੇ ਹਫਤੇ ਗਿਆ, ਉਸ ਤੋਂ ਪਹਿਲਾਂ ਮੈਨੂੰ ਮੌਕਾ ਨਹੀਂ ਮਿਲਿਆ। ਤਾਂ ਜਦੋਂ ਲੇਖਕ ਸਕੂਲ 'ਚ ਗਿਆ ਤਾਂ ਉਸ ਨੂੰ ਹੋਰ ਕੋਈ ਨਜ਼ਰ ਨਹੀਂ ਆਇਆ, ਦੇਰ ਵਾਜ਼ ਨੋ ਵਨ ਇਨ ਸਾਈਡ। ਪਰ ਇੱਕ ਲੜਕੀ ਨਜ਼ਰ ਆਈ ਜੋ ਕਿ ਆਫ ਅਬਾਊਟ 12 ਸਾਲ ਦੀ ਸੀ, ਵਿਦ ਹਰ ਆਈਜ਼ ਕਵਰਡ ਵਿਦ ਅ ਬੈਂਡੇਜ। ਉਸ ਦੀਆਂ ਆਈਜ਼ ਇੱਕ ਪੱਟੀ ਦੇ ਨਾਲ, ਅੱਖਾਂ ਪੱਟੀ ਦੇ ਨਾਲ ਬਣੀਆਂ ਹੋਈਆਂ ਸੀ, ਅਤੇ ਉਸ ਨੂੰ ਕੋਈ ਲੈ ਕੇ ਜਾ ਰਿਹਾ ਸੀ। ਹੂ ਵਾਜ਼ ਬੀਇੰਗ ਲੈਡ ਕੇਅਰਫੁਲੀ, ਬਹੁਤ ਹੀ ਧਿਆਨ ਨਾਲ ਕੋਈ ਲੈ ਕੇ ਜਾ ਰਿਹਾ ਸੀ। ਕਿੱਥੇ? ਬਿਟਵੀਨ ਦਾ ਫਲਾਵਰ ਬੈਡਸ। ਤਾਂ ਫਲਾਵਰ ਬੈਡ ਦਾ ਮਤਲਬ ਕੀ ਹੁੰਦਾ ਬੇਟਾ? ਕੁਝ ਉਹ ਏਰੀਆ ਜਿੱਥੇ ਕਿ ਬਹੁਤ ਹੀ ਜ਼ਿਆਦਾ ਫਲਾਵਰਸ ਹੋਣ, ਆਲੇ ਦੁਆਲੇ ਫੁੱਲ ਹੀ ਫੁੱਲ ਹੋਣ, ਜਾਂ ਤੁਸੀਂ ਕਹਿ ਸਕਦੇ ਹੋ ਕਿ ਫੁੱਲਾਂ ਦਾ ਬਾਗ, ਛੋਟਾ ਜਿਹਾ ਬਾਗ, ਉਸ ਨੂੰ ਅਸੀਂ ਫਲਾਵਰ ਬੈਡ ਕਹਿੰਦੇ ਹਾਂ। ਤਾਂ ਉੱਥੇ ਉਸ ਨੂੰ ਕੋਈ ਲੈ ਕੇ ਜਾ ਰਿਹਾ ਸੀ। ਕੌਣ? ਬਾਈ ਅ ਲਿਟਲ ਬॉय, ਇੱਕ ਛੋਟਾ ਲੜਕਾ ਜੋ ਕਿ 4 ਸਾਲ ਉਸ ਤੋਂ ਜੂਨੀਅਰ ਸੀ। ਤਾਂ 4 ਸਾਲ ਉਸ ਤੋਂ ਜੂਨੀਅਰ ਲੜਕਾ ਉਸ ਨੂੰ ਉਸ ਜਗ੍ਹਾ ਤੋਂ ਲੈ ਕੇ ਜਾ ਰਿਹਾ ਸੀ। ਸ਼ੀ ਸਟਾਪਡ, ਉਹ ਰੁਕ ਗਈ, ਉਹ ਲੜਕੀ ਜਿਸ ਦੀਆਂ ਅੱਖਾਂ ਤੇ ਪੱਟੀ ਬਣੀ ਹੋਈ ਸੀ। ਐਂਡ ਐਵੀਡੈਂਟਲੀ ਆਸਕਡ, ਅਤੇ ਉਸਨੇ ਸਪਸ਼ਟ ਤੌਰ ਤੇ ਪੁੱਛਿਆ। ਐਵੀਡੈਂਟਲੀ ਦਾ ਮਤਲਬ ਸਪਸ਼ਟ ਤੌਰ ਤੇ, ਕਿ ਕੌਣ ਸੀ ਜੋ ਇੱਥੇ ਆਇਆ ਹੈ। ਹੂ ਹੈਡ ਕਮ ਇਨ, ਮਤਲਬ ਕਿ ਲੇਖਕ ਨੂੰ ਪੁੱਛ ਰਹੀ ਹੈ, ਲੇਖਕ ਦੇ ਬਾਰੇ ਪੁੱਛ ਰਹੀ ਹੈ ਆਪਣੇ ਨਾਲ ਦੇ ਲੜਕੇ ਨੂੰ ਕਿ ਉਹ ਕੌਣ ਹੈ। ਤੇ ਉਹ ਜਿਹੜਾ ਹੈ ਉਹ ਉਸ ਨੂੰ ਮੇਰੇ ਬਾਰੇ ਦੱਸਦਾ ਨਜ਼ਰ ਆਇਆ। ਹੀ ਸੀਮਡ, ਹੀ ਦਾ ਮਤਲਬ ਇੱਥੇ ਉਹ ਲੜਕਾ ਜੋ ਉਸ ਤੋਂ 4 ਸਾਲ ਜੂਨੀਅਰ ਹੈ, ਜੋ ਉਸ ਨੂੰ ਲੈ ਕੇ ਜਾ ਰਿਹਾ ਹੈ, ਤਾਂ ਉਹ ਉਸ ਨੂੰ ਮੇਰੇ ਬਾਰੇ ਡਿਸਕ੍ਰਾਈਬ ਕਰ ਰਿਹਾ, ਮਤਲਬ ਮੇਰੇ ਬਾਰੇ ਦੱਸ ਰਿਹਾ ਹੈ ਕਿ ਉਹ ਕੌਣ, ਕਿਸ ਤਰ੍ਹਾਂ ਦਾ ਹੈ। ਦੈਨ ਦੇ ਪਾਸਡ ਔਨ, ਅਤੇ ਫਿਰ ਉਹ ਚਲੇ ਗਏ। ਨਾਓ ਪਾਸਡ ਔਨ ਤੁਹਾਨੂੰ ਪਤਾ ਹੈ, ਪਾਸ ਦੇ ਪਿੱਛੇ ਔਨ ਪ੍ਰੈਪੋਜੀਸ਼ਨ ਲੱਗੀ ਹੈ। ਪਾਸ ਔਨ ਦਾ ਮਤਲਬ ਚਲੇ ਜਾਣਾ ਹੁੰਦਾ ਹੈ। ਪਾਸ ਔਨ ਵਰਡ ਆਪਾਂ ਕਈ ਵਾਰੀ ਜਿਵੇਂ ਕੁਇਜ਼ ਚੱਲਦਾ ਹੋਵੇ, ਆਪਾਂ ਉੱਥੇ ਕਹਿ ਦਿੰਦੇ ਹਾਂ, ਆਪਾਂ ਨੂੰ ਕੋਈ ਕੁਐਸਚਨ ਨਹੀਂ ਆਉਂਦਾ ਹੁੰਦਾ, ਤਾਂ ਆਪਾਂ ਅੱਗੇ ਉਹ ਕੁਐਸਚਨ ਦੂਸਰੀ ਟੀਮ ਨੂੰ ਪਾਸ ਔਨ ਕਰ ਦਿੰਦੇ ਹਾਂ, ਤਾਂ ਉਹਦਾ ਮਤਲਬ ਵੀ ਹੁੰਦਾ। ਲੇਕਿਨ ਇੱਥੇ ਮਤਲਬ ਹੈ ਉਹ ਅੱਗੇ ਲੰਘ ਗਈ। ਤਾਂ ਮਿਸ ਬੀਮ ਨੂੰ ਮੈਂ ਦੇਖਣਾ ਚਾਹੁੰਦਾ ਸੀ। ਮਿਸ ਬੀਮ ਵਾਜ਼ ਆਲ ਦੈਟ ਆਈ ਹੈਡ ਐਕਸਪੈਕਟਡ, ਜਿਸ ਨੂੰ ਮੈਂ ਮਿਲਣਾ ਚਾਹੁੰਦਾ ਸੀ। ਕਿੱਦਾਂ ਦੀ ਸੀ ਉਹ? ਮਿਡਲ ਏਜ, ਇੱਕ
ਮਿਡਲ ਏਜ ਔਰਤ ਸੀਗੀ, ਜਿਹਨੂੰ ਆਪਾਂ ਅਧਖੜ ਉਮਰ ਕਹਿ ਦਿੰਦੇ ਆ। ਅਥਾਰਟੇਟਿਵ, ਰੋਬਦਾਰ ਔਰਤ ਸੀ, ਕਾਈਂਡਲੀ, ਦਿਆਲੂ ਐਂਡ ਅੰਡਰਸਟੈਂਡਿੰਗ ਅਤੇ ਸਮਝ ਵਾਲੀ ਔਰਤ ਸੀ। ਹੁਣ ਉਹਦੇ ਜਿਹੜੇ ਵਾਲ ਸੀਗੇ ਉਹ ਚਿੱਟੇ ਹੋ ਰਹੇ ਸੀ। ਹਰ ਹੈਅਰ ਵਾਸ ਬਿਗਨਿੰਗ ਟੂ ਟਰਨ ਗ੍ਰੇ। ਤੇ ਉਸਦੀ ਜਿਹੜੀ ਫਿਗਰ ਸੀ ਉਹ ਇਸ ਤਰ੍ਹਾਂ ਦੀ ਸੀ ਜਿਵੇਂ ਕੋਈ ਹੋਮਸਿਕ ਚਾਈਲਡ ਹੋਵੇ। ਹੋਮਸਿਕ ਦਾ ਮਤਲਬ ਹੁੰਦਾ ਬੱਚਿਓ, ਕੋਈ ਸਪੋਜ਼ ਕਰੋ ਆਪਾਂ ਕਿਤੇ ਰਹਿੰਦੇ ਹੋਈਏ, ਕੋਈ ਬੱਚਾ ਕਿਤੇ ਰਹਿੰਦਾ ਹੋਵੇ ਦੂਰ ਆਪਣੇ ਘਰ ਤੋਂ, ਤੇ ਫਿਰ ਉਹ ਆਪਣੇ ਘਰ ਨੂੰ ਬਹੁਤ ਮਿਸ ਕਰੇ, ਉਹਨੂੰ ਅਸੀਂ ਹੋਮਸਿਕ ਚਾਈਲਡ ਕਹਿੰਦੇ ਹਾਂ। ਤਾਂ ਉਸਦੀ ਫਿਗਰ ਹੀ ਕਿਸ ਤਰ੍ਹਾਂ ਦੀ ਸੀ ਉੱਥੇ। ਹੁਣ ਫਿਗਰ ਉਸਦੀ ਬੋਡੀ ਫਿਗਰ ਦੀ ਗੱਲ ਨਹੀਂ ਹੋ ਰਹੀ, ਉਸਦੀ ਕੰਪਲੀਟ ਪਰਸਨੈਲਿਟੀ ਦੀ ਗੱਲ ਹੋ ਰਹੀ ਹੈ ਮਿਸ ਬੀਮ ਦੀ। ਤਾਂ ਉਸਦੀ ਪਰਸਨੈਲਿਟੀ ਇਸ ਤਰ੍ਹਾਂ ਦੀ ਸੀ ਕਿ ਜਿਵੇਂ ਕੋਈ ਹੋਮਸਿਕ ਚਾਈਲਡ ਆਪਣੀ ਜਿਵੇਂ ਉਸਨੂੰ ਮਾਂ ਦਿਖਦੀ ਹੋਵੇ, ਕੰਫਰਟਿੰਗ ਟੂ ਅ ਹੋਮਸਿਕ ਚਾਈਲਡ। ਮਤਲਬ ਇੱਥੇ ਇਸਦੀ ਜਿਹੜੀ ਉਸਦੀ ਜੋ ਉਸਦੀ ਪਰਸਨੈਲਿਟੀ ਹੈ ਉਹ ਇੱਕ ਮਦਰ ਫਿਗਰ ਦੀ ਤਰ੍ਹਾਂ ਹੈ, ਕਿ ਜੋ ਇੱਕ ਹੋਮਸਿਕ ਚਾਈਲਡ ਨੂੰ, ਇੱਕ ਜੋ ਘਰ ਤੋਂ ਦੂਰ ਬੈਠਾ ਚਾਈਲਡ ਹੈ, ਉਸ ਨੂੰ ਉਹ ਕੰਫਰਟ ਦਿੰਦੀ ਹੋਵੇ, ਮਤਲਬ ਉਸ ਨੂੰ ਉਹ ਸਾਂਤਵਨਾ ਦਿੰਦੀ ਹੋਵੇ। ਤਾਂ ਅਸੀਂ ਕੁਛ ਦੇਰ ਗੱਲਬਾਤ ਕੀਤੀ। ਵੀ ਟਾਕ ਆਈਡਲੀ ਫॉर ਅ ਲਿਟਲ ਵਾਈਲ। ਆ ਲਿਟਲ ਇੱਥੇ ਫਿਰ ਡਿਟਰਮੀਨਰ ਹੈ, ਤਾਂ ਕੁਛ ਦੇਰ ਲਈ ਅਸੀਂ ਗੱਲਬਾਤ ਕੀਤੀ। ਫਿਰ ਮੈਂ ਉਸਨੂੰ ਕੁਛ ਕੁਐਸਚਨਸ ਕੀਤੇ ਉਸਦੇ ਸਕੂਲ ਦੇ ਮੈਥਡਸ ਦੇ ਬਾਰੇ 'ਚ। ਸਕੋਲੈਸਟਿਕ ਮੈਥਡ, ਸਕੋਲੈਸਟਿਕ ਮਤਲਬ ਸਕੂਲ ਤੋਂ ਬਣਿਆ ਬੇਟਾ ਐਡਜੈਕਟਿਵ ਹੈ ਇਹ, ਕਿ ਜੋ ਉਸਦੇ ਸਕੂਲ ਦੇ ਵਿੱਚ ਮੈਥਡਸ ਯੂਜ਼ ਕੀਤੇ ਜਾਂਦੇ ਨੇ ਉਹਦੇ ਬਾਰੇ ਮੈਂ ਉਹਨੂੰ ਕੁਐਸਚਨਸ ਕੀਤੇ। ਕਿਉਂਕਿ ਮੈਂ ਸੁਣਿਆ ਸੀ ਕਿ ਉਹ ਜਿਹੜੇ ਮੈਥਡਸ ਨੇ ਉਹ ਬਹੁਤ ਹੀ ਜ਼ਿਆਦਾ ਸਿੰਪਲ ਨੇ, ਉਹਦੇ ਬਾਰੇ ਉਹਨੇ ਉਸਨੂੰ ਕੁਝ ਪ੍ਰਸ਼ਨ ਕੀਤੇ। ਤਾਂ ਹੁਣ ਮਿਸ ਬੀਮ ਕਹਿੰਦੀ ਹੈ ਕਿ ਅਸੀਂ ਜਿੰਨੀ ਕੁ ਜ਼ਰੂਰਤ ਹੈ ਉਹਨਾਂ ਕੁ ਬੱਚਿਆਂ ਨੂੰ ਸਿਖਾ ਦਿੰਦੇ ਹਾਂ, ਉਹਨਾਂ ਦੀ ਪ੍ਰੈਕਟੀਕਲ ਨੌਲੇਜ ਦੇ ਦਿੰਦੇ ਹਾਂ। ਟੂ ਗੈਟ ਐਪਲੀਕੇਸ਼ਨ ਇਨਟੂ ਦੈਮ। ਐਪਲੀਕੇਸ਼ਨ ਦਾ ਮਤਲਬ ਇੱਥੇ ਪ੍ਰੈਕਟੀਕਲ ਯੂਜ਼ ਆਫ ਸਮਥਿੰਗ ਹੈ। ਤਾਂ ਅਸੀਂ ਜਿੰਨੀ ਬੱਚਿਆਂ ਨੂੰ ਜ਼ਰੂਰਤ ਹੁੰਦੀ ਹੈ ਉਸਦੀ ਪ੍ਰੈਕਟੀਕਲ ਨੌਲੇਜ ਦੇ ਦਿੰਦੇ ਹਾਂ। ਅਤੇ ਉਹ ਬੜੇ ਹੀ ਸਾਡੇ ਮੈਥਡ ਸਿੰਪਲ ਨੇ। ਕਿਵੇਂ, ਕਿਹੜੇ ਕਿਸ ਤਰ੍ਹਾਂ ਦੇ ਮੈਥਡਸ ਨੇ? ਸਪੈਲਿੰਗ ਸਿਖਾਏ ਜਾਂਦੇ ਨੇ, ਐਡਿੰਗ ਜੋੜ ਕਰਨਾ ਸਿਖਾਇਆ ਜਾਂਦਾ ਹੈ, ਸਬਟਰੈਕਟਿੰਗ ਘਟਾਓ ਕਰਨਾ ਸਿਖਾਇਆ ਜਾਂਦਾ ਹੈ, ਮਲਟੀਪਲਾਈਂਗ ਗੁਣਾ ਕਰਨੀ, ਰਾਈਟਿੰਗ ਲਿਖਣਾ। ਤਾਂ ਸਿੰਪਲ ਮੈਥਡਸ ਹੈ। ਇਹ ਚੀਜ਼ਾਂ ਦੀ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਕਿ ਉਹਨਾਂ ਨੂੰ ਇਹਨਾਂ ਦੀ ਪ੍ਰੈਕਟੀਕਲ ਯੂਜ਼ ਆ ਜੇ। ਤੇ ਬਾਕੀ ਦਾ ਜਿਹੜਾ ਕੰਮ ਹੈ ਉਹ ਉਹਨਾਂ ਨੂੰ ਰੀਡ ਕਰਕੇ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਲੈਕਚਰ ਦਿੱਤਾ ਜਾਂਦਾ ਹੈ। ਇਲਸਟ੍ਰੇਟਿਡ ਡਿਸਕੋਰਸ। ਡਿਸਕੋਰਸ ਦਾ ਮਤਲਬ ਬੇਟਾ ਲੈਕਚਰ। ਜਿਵੇਂ ਸਪੋਜ਼ ਕਰੋ ਕੋਈ ਟੀਚਰ ਤੁਹਾਨੂੰ ਕਲਾਸ 'ਚ ਆ ਕੇ ਲੈਕਚਰ ਦਿੰਦਾ ਹੈ। ਇਲਸਟ੍ਰੇਟਿਡ ਦਾ ਮਤਲਬ ਵਿਦ ਦੀ ਹੈਲਪ ਆਫ ਪਿਕਚਰਸ ਜਾਂ ਹੋਰ ਜਿਹੜੀਆਂ ਏਡਸ ਹੁੰਦੀਆਂ ਉਹਨਾਂ ਦੇ ਨਾਲ ਕੋਈ ਲੈਕਚਰ ਆ ਕੇ ਟੀਚਰ ਤੁਹਾਨੂੰ ਦਿੰਦਾ ਹੈ, ਤਾਂ ਉਸ ਨੂੰ ਅਸੀਂ ਇਲਸਟ੍ਰੇਟਿਡ ਡਿਸਕੋਰਸ ਕਹਿੰਦੇ ਹਾਂ। ਜਦੋਂ ਇਹ ਕੰਮ ਹੋ ਰਿਹਾ ਹੁੰਦਾ ਹੈ, ਜਿਸ ਟਾਈਮ ਉਹ ਲੈਕਚਰ ਸੁਣ ਰਹੇ ਨੇ, ਜਦੋਂ ਉਹਨਾਂ ਨੂੰ ਰੀਡਿੰਗ ਕਰਾਈ ਜਾਂਦੀ ਹੈ, ਤਾਂ ਉਸ ਟਾਈਮ ਉਹ ਬੱਚੇ ਸ਼ਾਂਤ ਹੋ ਕੇ ਬੈਠਦੇ ਨੇ। ਸਿਟ ਸਟਿਲ, ਸਟਿਲ ਦਾ ਮਤਲਬ ਸ਼ਾਂਤ ਹੋ ਕੇ। ਅਤੇ ਉਹਨਾਂ ਦੇ ਹੈਂਡਸ ਜਿਹੜੇ ਹੁੰਦੇ ਨੇ ਉਹ ਕੁਆਇਟ ਹੁੰਦੇ ਨੇ, ਮਤਲਬ ਕਿ ਉਹਨਾਂ ਦੇ ਉਹ ਕੁਝ ਲਿਖਦੇ ਨਹੀਂ ਉਸ ਟਾਈਮ, ਉਹ ਸਿਰਫ ਸੁਣਦੇ ਨੇ ਉੱਥੇ। ਤਾਂ ਪ੍ਰੈਕਟੀਕਲੀ ਦੇਅਰ ਆਰ ਨੋ ਅਦਰ ਲੈਸਨ ਐਟ ਆਲ। ਇਸ ਤੋਂ ਇਲਾਵਾ ਪ੍ਰੈਕਟੀਕਲ ਜਿਹੜੇ ਪ੍ਰੈਕਟੀਕਲੀ ਮਤਲਬ ਇਸ ਤੋਂ ਜ਼ਿਆਦਾ ਹੋਰ ਕੋਈ ਲੈਸਨਸ ਉਹਨਾਂ ਨੂੰ ਦਿੱਤੇ ਹੀ ਨਹੀਂ ਜਾਂਦੇ। ਮਤਲਬ ਆਹੀ ਚੀਜ਼ਾਂ ਉਹਨਾਂ ਨੂੰ ਕਰਾਈਆਂ ਜਾਂਦੀਆਂ। ਤਾਂ ਬੱਚਿਓ ਜੇ ਅਸੀਂ ਇਸ ਪੈਰੇ ਦੇ ਵਿੱਚ ਦੇਖੀਏ ਤਾਂ ਮਿਸ ਬੀਮ ਇਹ ਕਹਿਣਾ ਚਾਹੁੰਦੀ ਹੈ ਕਿ ਬੇਸਿਕਲੀ ਉਹਨਾਂ ਨੂੰ ਜੋ ਸਿੰਪਲ ਥਿੰਗਸ ਹੈ, ਜੋ ਇੱਕ ਆਮ ਚੀਜ਼ਾਂ ਹੁੰਦੀਆਂ ਜਿਨ੍ਹਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ, ਉਹੀ ਚੀਜ਼ਾਂ ਕਰਾਈਆਂ ਜਾਂਦੀਆਂ, ਇਸ ਤੋਂ ਜ਼ਿਆਦਾ ਨਹੀਂ ਕਰਾਈਆਂ ਜਾਂਦੀਆਂ। ਜ਼ਿਆਦਾ ਉਹਨਾਂ ਨੂੰ ਇਹ ਚੀਜ਼ਾਂ ਕਰਵਾਉਣ ਤੋਂ ਬਾਅਦ ਫਿਰ ਉਹਨਾਂ ਨੂੰ ਰੀਡਿੰਗ ਕਰਵਾਈ ਜਾਂਦੀ ਹੈ ਅਤੇ ਲਿਸਨਿੰਗ ਕਰਵਾਈ ਜਾਂਦੀ ਹੈ। ਤਾਂ ਇਹ ਜਿਹੜੀਆਂ ਹੈ ਇਸ ਪੈਰੇ ਦੇ ਵਿੱਚ ਮਿਸ ਬੀਮ ਨੇ ਆਪਣੇ ਸਕੂਲ ਦੇ ਮੈਥਡਸ ਬਾਰੇ ਦੱਸਿਆ ਹੈ। ਹੁਣ ਉਹ ਕਹਿੰਦੀ ਹੈ ਕਿ ਹੁਣ ਉਹ ਲੇਖਕ ਕਹਿੰਦਾ ਹੈ ਕਿ ਮੈਂ ਤੁਹਾਡੇ ਬਾਰੇ ਬਹੁਤ ਕੁਝ ਸੁਣਿਆ ਸੀ, ਮੈਂ ਤੁਹਾਡੇ ਸਕੂਲ ਬਾਰੇ, ਅਤੇ ਮੈਂ ਤੁਹਾਡੇ ਸਕੂਲ ਦੀ ਓਰੀਜਨੈਲਿਟੀ ਬਾਰੇ ਬਹੁਤ ਕੁਝ ਸੁਣਿਆ। ਓਰੀਜਨੈਲਿਟੀ ਮਤਲਬ ਕੁਝ ਚੀਜ਼ ਓਰੀਜਨਲ ਹੈ ਤੁਹਾਡੇ, ਜੋ ਬਾਕੀ ਸਕੂਲਾਂ ਦੇ ਵਿੱਚ ਨਹੀਂ ਹੈ, ਕੋਈ ਅਸਲ ਜੀ ਚੀਜ਼ ਹੈ। ਤਾਂ ਮਿਸ ਬੀਮ ਇੱਥੇ ਹੁਣ ਉਹ ਥੋੜ੍ਹੀ ਜਿਹੀ ਖੁਸ਼ ਹੋ ਜਾਂਦੀ ਹੈ, ਉਹ ਮੁਸਕਰਾ ਦਿੰਦੀ ਹੈ। ਉਹ ਕਹਿੰਦੀ ਹਾਂ, ਆਈ ਐਮ ਕਮਿੰਗ ਟੂ ਦੈਟ ਨਾਓ। ਇਹ ਜਿਹੜੀ ਲਾਈਨ ਹੈ ਬੇਟਾ, ਆਈ ਐਮ ਕਮਿੰਗ ਟੂ ਦੈਟ, ਇਹਦਾ ਮਤਲਬ ਪੰਜਾਬੀ 'ਚ ਇਹ ਹੁੰਦਾ ਹੈ ਕਿ ਹਾਂ ਮੈਂ ਉਸ ਗੱਲ ਵੱਲ ਆ ਰਿਹਾ ਹਾਂ। ਜਾਂ ਕਈ ਵਾਰੀ ਆਪਾਂ ਬੜੀ ਠੇਠ ਜੀ ਪੰਜਾਬੀ 'ਚ ਕਹਿ ਦਿੰਦੇ ਹਾਂ, ਹਾਂ ਤੂੰ ਠੰਡ ਰੱਖ ਮੈਂ ਦੱਸ ਰਿਹਾ ਤੈਨੂੰ। ਤਾਂ ਆਈ ਐਮ ਕਮਿੰਗ ਟੂ ਦੈਟ ਆਮ ਤੌਰ 'ਤੇ ਇਹ ਜਿਹੜਾ ਵਰਡ ਹੈ ਅਸੀਂ ਪੰਜਾਬੀ 'ਚ ਬਹੁਤ ਜ਼ਿਆਦਾ ਇਹ ਲਾਈਨ ਬਹੁਤ ਜ਼ਿਆਦਾ ਬੋਲਦੇ, ਲੇਕਿਨ ਇੰਗਲਿਸ਼ 'ਚ ਨਹੀਂ ਬੋਲਦੇ। ਤਾਂ ਮੈਂ ਆਪਣੇ ਬੱਚਿਆਂ ਨੂੰ ਹਮੇਸ਼ਾ ਕਹਿੰਦਾ ਹੁੰਦਾ ਕਿ ਇਹ ਜਿਹੜੇ ਸੈਂਟੈਂਸਿਸ ਨੇ ਤੁਸੀਂ ਆਪਣੀ ਰੋਜ਼ਮर्रा ਦੀ ਇੰਗਲਿਸ਼ ਦੇ ਵਿੱਚ ਲਾਈਫ ਦੇ ਵਿੱਚ ਸ਼ਾਮਿਲ ਕਰਿਆ ਕਰੋ। ਤਾਂ ਰੀਅਲ ਏਮ ਆਫ ਦਾ ਸਕੂਲ ਇਹ ਹੈ ਕਿ ਉਹਨਾਂ ਦੇ ਅੰਦਰ ਅਸੀਂ ਕੁਝ ਗੁਣ ਪੈਦਾ ਕਰੀਏ। ਉਹ ਕਿਹੜੇ ਨੇ? ਥੋਟਫੁਲਨੈਸ, ਕਿ ਉਹ ਬੱਚੇ ਵਿਚਾਰਸ਼ੀਲ ਹੋਣ, ਹਿਊਮੈਨਿਟੀ ਹੋਵੇ, ਉਹਨਾਂ 'ਚ ਮਨੁੱਖਤਾ ਹੋਵੇ, ਸਿਟੀਜ਼ਨਸ਼ਿਪ ਨਾਗਰਿਕਤਾ ਹੋਵੇ। ਇਹ ਚੀਜ਼ਾਂ ਉਹਨਾਂ ਦੇ ਅੰਦਰ ਇੰਸਟਿਲ ਕੀਤੀਆਂ ਜਾਂਦੀਆਂ। ਇੰਸਟਿਲ ਦਾ ਮਤਲਬ ਭਰੀਆਂ ਜਾਂਦੀਆਂ ਉਹਨਾਂ ਦੇ ਮਨ ਦੇ ਅੰਦਰ, ਕਿ ਇਹ ਚੀਜ਼ਾਂ ਉਹਨਾਂ ਦੇ ਅੰਦਰ ਪੈਦਾ ਕੀਤੀਆਂ ਜਾਂਦੀਆਂ। That is the idea I have always had। ਫਿਰ ਮਿਸ ਬੀਮ ਕਹਿੰਦੀ ਹੈ ਕਿ ਜਿਹੜਾ ਆਈਡੀਆ ਸੀ ਇਹ ਮੇਰੇ ਮਨ 'ਚ ਹਮੇਸ਼ਾ ਤੋਂ ਸੀ।
ਇਹ ਵੀ ਦੇਖੋ ਲਾਈਨ ਬੇਟਾ ਅਸੀਂ ਪੰਜਾਬੀ 'ਚ ਕਈ ਵਾਰੀ ਬੋਲਦੇ ਹਾਂ ਕਿ ਮੇਰੇ ਮਨ 'ਚ ਇਹ ਗੱਲ ਬਹੁਤ ਦੇਰ ਤੋਂ ਹੈ ਨਾ, ਦੈਟ ਇਜ਼ ਦ ਆਈਡੀਆ ਆਈ ਹੈਵ ਆਲਵੇਜ਼ ਹੈਡ। ਤਾਂ ਤੁਸੀਂ ਇਹ ਵੀ ਸੈਂਟੈਂਸ ਆਪਣੀ ਇੰਗਲਿਸ਼ ਦੇ ਵਿੱਚ ਯੂਜ਼ ਕਰ ਸਕਦੇ ਹੋ। ਉਹ ਕਹਿੰਦੀ ਇਹ ਵਿਚਾਰ ਮੇਰੇ ਮਨ 'ਚ ਹਮੇਸ਼ਾ ਸੀ ਕਿ ਜਿਹੜੇ ਗੁਣ ਨੇ ਥੋਟਫੁਲਨੈਸ, ਹਿਊਮੈਨਿਟੀ, ਸਿਟੀਜ਼ਨਸ਼ਿਪ ਇਹ ਬੱਚਿਆਂ 'ਚ ਪਾਏ ਜਾਣ ਐਂਡ ਹੈਪੀਲੀ। ਅਤੇ ਮੈਂ ਬੜੀ ਖੁਸ਼ ਹੈ ਕਿ ਜਿਹੜੇ ਇੱਥੇ ਦੇ ਪੇਰੈਂਟਸ ਹੈ ਬੱਚਿਆਂ ਦੇ, ਉਹ ਇੰਨੇ ਚੰਗੇ ਨੇ ਕਿ ਉਹ ਮੇਰੇ 'ਤੇ ਟਰਸਟ ਕਰਦੇ ਨੇ, ਮੇਰੇ 'ਤੇ ਵਿਸ਼ਵਾਸ ਕਰਦੇ ਨੇ ਕਿ ਮੈਂ ਇਹਨਾਂ ਆਈਡੀਆਜ਼ ਨੂੰ ਟਰਾਈ ਕਰਾਂ। ਆਈਡੀਆਜ਼ ਮਤਲਬ ਜੋ ਮੇਰੇ ਮਨ 'ਚ ਸੀਗੇ ਥੋਟਫੁਲਨੈਸ ਵਾਲੇ, ਅਤੇ ਉਹਨਾਂ ਨੂੰ ਮੈਂ ਹਕੀਕੀ ਤੌਰ 'ਤੇ ਲੈ ਕੇ ਆਵਾਂ। ਮਤਲਬ ਕਿ ਵਾਕਈ ਮੈਂ ਬੱਚਿਆਂ ਦੇ ਅੰਦਰ ਇਹ ਪੈਦਾ ਕਰਾਂ, ਇਸ ਦਾ ਸਾਥ ਮੈਨੂੰ ਪੇਰੈਂਟਸ ਵੱਲੋਂ ਵੀ ਮਿਲਦਾ। ਤਾਂ ਇੱਥੇ ਕਹਿਣ ਦਾ ਮਤਲਬ ਇਹ ਹੋ ਗਿਆ ਬੱਚਿਓ ਕਿ ਜਿਹੜੀ ਮਿਸ ਬੀਮ ਹੈ ਉਸਦਾ ਬੱਚਿਆਂ 'ਤੇ ਤਾਂ ਦੇਖੋ ਬੱਚਿਆਂ ਦੇ ਨਾਲ ਤਾਂ ਉਹਦਾ ਰਿਸ਼ਤਾ ਹੈ ਹੀ ਹੈ ਬਹੁਤ ਵਧੀਆ, ਲੇਕਿਨ ਉਸਦੇ ਬੱਚਿਆਂ ਦੇ ਪੇਰੈਂਟਸ ਵੀ ਮਿਸ ਬੀਮ ਦਾ ਪੂਰੀ ਰਿਸਪੈਕਟ ਕਰਦੇ ਨੇ, ਟਰਸਟ ਕਰਦੇ ਨੇ, ਫੇਥ ਕਰਦੇ ਨੇ ਉਸ 'ਤੇ। ਫਿਰ ਉਹ ਕਹਿੰਦੀ ਹੈ ਕਿ ਲੁੱਕ ਆਊਟ ਆਫ ਦਾ ਵਿੰਡੋ ਅ ਮਿੰਟ ਵਿਲ ਯੂ। ਫਿਰ ਉਹ ਰਾਈਟਰ ਨੂੰ ਪੁੱਛਦੀ ਹੈ ਕਿ ਤੁਸੀਂ 1 ਮਿੰਟ ਲਈ ਜਰਾ ਵਿੰਡੋ ਤੋਂ ਬਾਹਰ ਦੇਖੋਗੇ, ਖਿੜਕੀ ਤੋਂ ਬਾਹਰ ਦੇਖੋਗੇ। ਤਾਂ ਮਿਸ ਬੀਮ ਦੇ ਕਹਿਣ ਤੇ ਲੇਖਕ ਵਿੰਡੋ ਕੋਲ ਜਾਂਦਾ ਹੈ ਤੇ ਵਿੰਡੋ ਤੋਂ ਬਾਹਰ ਦੇਖਦਾ ਹੈ, ਵਿਚ ਕਮਾਂਡਡ ਆ ਲਾਰਜ ਗਾਰਡਨ ਐਂਡ ਪਲੇਗਰਾਉਂਡ ਐਟ ਦਾ ਬੈਕ। ਨਾ ਬੱਚਿਓ ਇੱਥੇ ਇੱਕ ਵਰਬ ਯੂਜ਼ ਹੋਈ ਹੈ ਕਮਾਂਡਡ। ਵੈਸੇ ਤੁਹਾਨੂੰ ਪਤਾ ਹੈ ਕਮਾਂਡ ਦਾ ਮਤਲਬ ਹੁਕਮ ਦੇਣਾ ਹੁੰਦਾ ਹੈ, ਪਰ ਜਦੋਂ ਕਮਾਂਡ ਸ਼ਬਦ ਐਜ਼ ਅ ਵਰਬ ਯੂਜ਼ ਹੁੰਦਾ ਹੈ ਤਾਂ ਇਹਦਾ ਮਤਲਬ ਹੁੰਦਾ ਹੈ ਵੀ ਕਿਸੇ ਥਾਂ ਤੋਂ ਕਿਸੇ ਚੀਜ਼ ਨੂੰ ਦੇਖਣਾ। ਤਾਂ ਹੁਣ ਜਿਹੜਾ ਲੇਖਕ ਹੈ ਉਹ ਇਸ ਟਾਈਮ ਵਿੰਡੋ ਕੋਲ ਖੜਾ ਹੈ ਤੇ ਉਹ ਉਸ ਵਿੰਡੋ ਤੋਂ ਬਾਹਰ ਇੱਕ ਬਹੁਤ ਹੀ ਵੱਡਾ ਗਾਰਡਨ ਤੇ ਉਸਦੇ ਪਿੱਛੇ ਪਲੇਗਰਾਉਂਡ ਨੂੰ ਦੇਖ ਰਿਹਾ ਹੈ। ਹੁਣ ਮਿਸ ਬੀਮ ਪੁੱਛਦੀ ਹੈ ਕਿ ਵਾਟ ਡੂ ਯੂ ਸੀ, ਕੀ ਦੇਖ ਰਹੇ ਹੋ ਤੁਸੀਂ? ਅਤੇ ਫਿਰ ਉਸ ਕੁਐਸਚਨ ਦਾ ਆਨਸਰ ਲੇਖਕ ਦਿੰਦਾ ਹੈ ਕਿ ਆਈ ਸੀ ਸਮ ਵੈਰੀ ਬਿਊਟੀਫੁਲ ਗਰਾਊਂਡਸ। ਮੈਨੂੰ ਬੜੇ ਹੀ ਖੂਬਸੂਰਤ ਗਰਾਊਂਡ ਦਿਖ ਰਹੇ ਨੇ। ਉਹ ਇਹ ਵੀ ਕਹਿੰਦਾ ਹੈ ਕਿ ਮੈਨੂੰ ਬਹੁਤ ਹੀ ਖੁਸ਼ ਬੱਚੇ ਦਿਖ ਰਹੇ ਨੇ, ਜੋਲੀ ਚਿਲਡਰਨ। ਜੋਲੀ ਮਤਲਬ ਜਿਹੜੇ ਖੁਸ਼ ਮਿਜ਼ਾਜ ਵਾਲੇ ਬੱਚੇ ਹੁੰਦੇ ਨੇ। ਪਰ ਇੱਕ ਚੀਜ਼ ਮੈਨੂੰ ਕਨਫਿਊਜ਼ ਕਰ ਰਹੀ ਹੈ। ਬਟ ਵਟ ਪਰਪਲੈਕਸਿਸ ਮੀ। ਪਰਪਲੈਕਸ ਦਾ ਮਤਲਬ ਹੁੰਦਾ ਬੇਟਾ ਕਨਫਿਊਜ਼ ਹੋਣਾ, ਜਿਸ ਦੇ ਵਿੱਚ ਤੁਸੀਂ ਬੌਂਦਲ ਜੇ ਜਾਓ ਜਾਂ ਤੁਸੀਂ ਤੁਹਾਨੂੰ ਪਤਾ ਸੁੱਝੀ ਨਾ ਹੋਵੇ ਕਿ ਕੀ ਮਤਲਬ ਕਰੀਏ। ਐਂਡ ਪੇਨਸ ਮੀ ਟੂ। ਅਤੇ ਮੈਨੂੰ ਇਹ ਚੀਜ਼ ਦੁਖੀ ਵੀ ਕਰ ਰਹੀ ਹੈ। ਪਰਪਲੈਕਸ ਤਾਂ ਕਰ ਹੀ ਰਹੀ ਹੈ, ਮੈਨੂੰ ਦੁਖੀ ਵੀ ਕਰ ਰਹੀ ਹੈ। ਉਹ ਇਹ ਹੈ ਕਿ ਜਦੋਂ ਮੈਂ ਨੋਟਿਸ ਕਰਦਾ ਕਿ ਸਾਰੇ ਬੱਚੇ ਹੈਲਦੀ ਅਤੇ ਐਕਟਿਵ ਨਹੀਂ ਹੈਗੇ ਜਿੰਨੇ ਮੈਂ ਸੋਚੇ ਸੀਗੇ। ਵੀ ਜਿਵੇਂ ਇੱਕ ਆਪਾਂ ਬੱਚਿਆਂ ਨੂੰ ਸੋਚਦੇ ਹਾਂ ਕਿ ਬੱਚੇ ਬੜੇ ਐਕਟਿਵ ਹੁੰਦੇ ਨੇ, ਬੜੀ ਐਨਰਜੀ ਹੁੰਦੀ ਹੈ ਇਹਨਾਂ 'ਚ, ਉਸ ਤਰੀਕੇ ਦੇ ਬੱਚੇ ਮੈਂ ਨਹੀਂ ਦੇਖ ਪਾ ਰਿਹਾ। ਉਹ ਇੰਨੇ ਹੈਲਦੀ ਐਕਟਿਵ ਨਹੀਂ ਹੈਗੇ। ਜਦੋਂ ਮੈਂ ਆਇਆ ਸੀ ਤਾਂ ਮੈਨੂੰ ਇੱਕ ਬਹੁਤ ਹੀ ਲਾਚਾਰ ਲੜਕੀ ਮਿਲੀ ਨਾ। ਉੱਥੇ ਇੱਕ ਲੇਖਕ ਦੀ ਤੁਸੀਂ ਯੂਜ਼ਿੰਗ ਆਫ ਵਰਡਸ ਦੇਖੋ, ਪੂਅਰ ਲਿਟਲ ਥਿੰਗ। ਉਸਨੇ ਉਸ ਲੜਕੀ ਲਈ ਜੋ ਸ਼ੁਰੂਆਤ 'ਚ ਉਸਨੂੰ ਮਿਲੀ ਸੀ, ਜਿਹਦੀਆਂ ਅੱਖਾਂ ਤੇ ਪੱਟੀ ਸੀ, ਉਸਨੂੰ ਪੂਅਰ ਲਿਟਲ ਥਿੰਗ ਕਿਹਾ। ਤੇ ਉਸ ਨੂੰ ਉਹਦੀਆਂ ਟਰਬਲ ਕਰਕੇ, ਮੁਸ਼ਕਲਾਂ ਕਰਕੇ, ਕਿਉਂਕਿ ਉਸਦੀਆਂ ਆਈਜ਼ ਬੰਨੀਆਂ ਹੋਈਆਂ ਸੀਗੀਆਂ, ਨਹੀਂ ਦੇਖ ਪਾ ਰਹੀ ਸੀ, ਤਾਂ ਉਸਨੂੰ ਕੋਈ ਲੈ ਕੇ ਜਾ ਰਿਹਾ ਸੀ। ਤੇ ਮੈਂ ਇੱਦਾਂ ਦੀਆਂ ਲੜਕੀਆਂ ਦੋ ਹੋਰ ਉਸੇ ਕੰਡੀਸ਼ਨ 'ਚ ਦੇਖ ਸਕਦਾ। ਪਲਾਈਡ ਦਾ ਮਤਲਬ ਬੱਚਿਓ ਕੰਡੀਸ਼ਨ, ਵੀ ਉਸੇ ਹਾਲਤ 'ਚ ਜਿਸ ਤਰ੍ਹਾਂ ਮੈਂ ਪਹਿਲੀ ਲੜਕੀ ਦੇਖੀ ਸੀ, ਉਸੇ ਹਾਲਤ 'ਚ ਮੈਨੂੰ ਦੋ ਲੜਕੀਆਂ ਹੁਣ ਹੋਰ ਦਿਖ ਰਹੀਆਂ ਨੇ। ਹੁਣ ਉਹਨਾਂ 'ਚੋਂ ਇੱਕ ਲੜਕੀ ਦੇ ਕੋਲੇ ਕਰਚ ਹੈ ਨਾ। ਕਰਚ ਦਾ ਮਤਲਬ ਬੱਚਿਓ ਜਿਸ ਟਾਈਮ ਕੋਈ ਸਪੋਜ਼ ਕਰੋ ਕੋਈ ਅਪਾਹਿਜ ਵਿਅਕਤੀ ਹੋਵੇ, ਉਸਨੇ ਫੋੜੀ ਦਾ ਯੂਜ਼ ਕੀਤਾ ਹੋਵੇ। ਇੱਥੇ ਆ ਕਰਚ ਮਤਲਬ ਉਸਨੇ ਇੱਕ ਫੋੜੀ ਚੱਕੀ ਹੋਈ ਹੈ ਜਿਸ ਨੂੰ ਅਸੀਂ ਸ਼ੋਲਡਰ ਦੇ ਨੀਚੇ ਰੱਖ ਕੇ ਚੱਲਦੇ ਹਾਂ। ਤੇ ਉਹ ਇੱਕ ਵਿੰਡੋ ਦੇ ਨੀਚੇ ਬੈਠੀ ਹੈ, ਬਾਕੀਆਂ ਨੂੰ ਖੇਡਦੇ ਦੇਖ ਰਹੀ ਹੈ। ਸ਼ੀ ਸੀਮਸ ਟੂ ਬੀ ਅ ਹੋਪਲੈਸ ਕ੍ਰਿਪਲ। ਕਹਿੰਦੇ ਮੈਨੂੰ ਉਹ ਇੱਕ ਲਾਚਾਰ ਇਨਸਾਨ ਨਜ਼ਰ ਆਉਂਦੀ ਹੈ ਨਾ। ਉਹ ਬੱਚਿਓ ਇੱਥੇ ਹੋਪਲੈਸ ਦਾ ਮਤਲਬ ਜਿਹਦਾ ਕੋਈ ਆਸ ਨਾ ਹੋਵੇ, ਬੇਆਸ ਹੋ ਗਿਆ ਹੋਵੇ। ਕ੍ਰਿਪਲ ਦਾ ਮਤਲਬ ਲਾਚਾਰ ਕਹਿ ਸਕਦੇ ਹੋ। ਪਰ ਅੱਜ ਕੱਲ੍ਹ ਜਿਹੜਾ ਕ੍ਰਿਪਲ ਸ਼ਬਦ ਹੈ ਬੱਚਿਓ, ਤੁਸੀਂ ਦੇਖੋਗੇ ਕਿ ਅੱਜ ਕੱਲ੍ਹ ਇਹ ਕ੍ਰਿਪਲ ਸ਼ਬਦ ਘੱਟ ਯੂਜ਼ ਹੁੰਦਾ ਹੈ। ਇਸ ਦੀ ਥਾਂ ਤੇ ਡਿਸੇਬਲਡ ਪਰਸਨ ਯੂਜ਼ ਹੁੰਦਾ। ਮੈਂ ਲਿਖ ਵੀ ਦੇਣਾ ਇੱਥੇ, ਡਿਸੇਬਲਡ ਪਰਸਨ ਜ਼ਿਆਦਾ ਤੁਸੀਂ ਜਿਹੜਾ ਹੈ ਉਹ ਯੂਜ਼ ਦੇਖੋਗੇ। ਇਹ ਸ਼ਬਦ ਜ਼ਿਆਦਾ ਯੂਜ਼ ਹੁੰਦਾ ਹੈ ਕ੍ਰਿਪਲ ਦੀ ਥਾਂ ਤੇ। ਹੁਣ ਮਿਸ ਬੀਮ ਇਹ ਗੱਲ ਸੁਣ ਕੇ ਹੱਸ ਪੈਂਦੀ ਹੈ। ਉਹ ਨੋ, ਕਹਿੰਦੇ ਨਹੀਂ। ਉਹ ਕਹਿੰਦੀ ਉਹ ਲੇਮ ਨਹੀਂ ਹੈ। ਉਹ ਤੁਸੀਂ ਲੰਗੜੀ ਸਮਝ ਰਹੇ ਹੋ, ਲੇਮ ਨਹੀਂ ਹੈ। ਰੀਅਲੀ ਦਿਸ ਇਜ਼ ਓਨਲੀ ਹਰ ਲੇਮ ਡੇ। ਇਹ ਤਾਂ ਉਸਦਾ ਸਿਰਫ ਲੇਮ ਡੇ ਹੈ, ਲੰਗੜਿਆਂ ਵਾਲਾ ਦਿਨ ਹੈ। ਤੇ ਨਾ ਹੀ ਬਾਕੀ ਲੜਕੀਆਂ ਬਲਾਈਂਡ ਨੇ। ਇਟ ਇਜ਼ ਓਨਲੀ देयर ਬਲਾਈਂਡ ਡੇ। ਉਹਨਾਂ ਦਾ ਸਿਰਫ ਬਲਾਈਂਡ ਡੇ ਹੈ।
ਕਹਿੰਦੇ ਮੈਂ ਬੜਾ ਹੀ ਉਸ ਨੂੰ ਹੈਰਾਨ ਨਜ਼ਰ ਆਇਆ ਹੋਵਾਂਗਾ। ਐਸਟੋਨਿਸ਼ਡ ਮਤਲਬ ਅਟਰਲੀ ਸਰਪ੍ਰਾਈਜ਼ਡ, ਬਹੁਤ ਜ਼ਿਆਦਾ ਹੈਰਾਨ ਹੋ ਜਾਂਦੇ ਹਾਂ, ਉਹਨੂੰ ਆਪਾਂ ਐਸਟੋਨਿਸ਼ਡ ਕਹਿੰਦੇ ਹਾਂ। ਕਹਿੰਦੇ ਮੈਨੂੰ ਉਸ ਦੀ ਗੱਲ ਸੁਣ ਕੇ ਮਤਲਬ ਮੈਂ ਉਸ ਨੂੰ ਬੜਾ ਹੈਰਾਨ ਨਜ਼ਰ ਆਇਆ ਹੋਵਾਂਗਾ, ਤਾਂ ਹੀ ਉਹ ਫੇਰ ਹੱਸ ਪਈ। ਸ਼ੀ ਲਾਫਡ ਅਗੇਨ, ਕਿਉਂ ਮੇਰਾ ਚਿਹਰਾ ਦੇਖ ਕੇ, ਹੈਰਾਨੀ ਵਾਲਾ ਚਿਹਰਾ ਦੇਖ ਕੇ ਉਹ ਫੇਰ ਹੱਸ ਪਈ ਮੇਰੇ ਤੇ। ਤੇ ਫਿਰ ਉਹ ਕਹਿੰਦੀ ਹੈ ਦੇਅਰ ਯੂ ਹੈਵ ਐਨ ਇਸੈਂਸ਼ੀਅਲ ਪਾਰਟ ਆਫ ਆਵਰ ਸਿਸਟਮ ਇਨ ਅ ਨਟਸ਼ੈਲ। ਇਨ ਅ ਨਟਸ਼ੈਲ ਕਹਿ ਸਕਦੇ ਹਾਂ ਬੱਚਿਓ ਸੰਖੇਪ ਤੌਰ ਤੇ। ਸੰਖੇਪ ਤੌਰ ਤੇ ਇਹ ਸਾਡੇ ਸਿਸਟਮ ਦਾ ਇੱਕ ਜ਼ਰੂਰੀ, ਇਸੈਂਸ਼ੀਅਲ, ਮੋਸਟ ਇੰਪੋਰਟੈਂਟ, ਇੰਪੋਰਟੈਂਟ ਕੇ ਕਹਿ ਸਕਦੇ ਹੋ ਤਾਂ ਬਹੁਤ ਹੀ ਇੰਪੋਰਟੈਂਟ ਪਾਰਟ ਹੈ, ਨੈਸੈਸਰੀ ਪਾਰਟ ਹੈ, ਜਿਸ ਤੋਂ ਬਿਨਾਂ ਸਾਡਾ ਸਿਸਟਮ ਚੱਲ ਹੀ ਨਹੀਂ ਸਕਦਾ। ਕਹਿੰਦੇ ਹੁਣ ਦੇਖੋ ਮਿਸ ਬੀਮ ਕਿੰਨੀ ਵਧੀਆ ਗੱਲ ਕਹਿ ਰਹੀ ਹੈ। ਕਹਿੰਦੇ ਇਨ ਆਰਡਰ ਟੂ ਗੈਟ ਅ ਰੀਅਲ ਐਪਰੀਸੀਏਸ਼ਨ ਐਂਡ ਅੰਡਰਸਟੈਂਡਿੰਗ ਆਫ ਮਿਸਫੋਰਚੂਨ ਇਨਟੂ ਥੀਸ ਯੰਗ ਮਾਈਂਡਸ ਵੀ ਮੇਕ them participants in misfortune too। ਤਾਂ ਬੱਚਿਓ ਇਸ ਲਾਈਨ ਦਾ ਮਤਲਬ ਇਹ ਹੈ, ਦੇਖੋ ਬੱਚਿਓ ਜੇਕਰ ਸਾਨੂੰ ਕਿਸੇ ਦੁੱਖ ਦਾ ਅਹਿਸਾਸ ਨਾ ਹੋਵੇ ਤਾਂ ਸਾਨੂੰ ਦੁਖੀ ਬੰਦੇ ਦਾ ਵੀ ਅਹਿਸਾਸ ਨਹੀਂ ਹੋ ਸਕਦਾ ਵੀ। ਤਾਂ ਹੁਣ ਮਿਸ ਬੀਮ ਇਹ ਕਹਿ ਰਹੀ ਹੈ, ਕਹਿੰਦੇ ਇਹਨਾਂ ਮੁਸੀਬਤਾਂ ਨੂੰ ਚੰਗੀ ਤਰ੍ਹਾਂ ਸਮਝਣ ਦੇ ਲਈ, ਅੰਡਰਸਟੈਂਡਿੰਗ ਅਤੇ ਉਹਨਾਂ ਦੀ ਐਕਚੁਅਲ ਐਪਰੀਸੀਏਸ਼ਨ ਦੇਖਣ ਲਈ ਕਿ ਉਹ ਹੈ ਕੀ ਨੇ, ਕਿੰਨੀਆਂ ਕੁ ਬੰਦੇ ਨੂੰ ਤੰਗ ਕਰਦੀਆਂ ਨੇ, ਰੀਅਲ ਐਪਰੀਸੀਏਸ਼ਨ, ਅਸਲ ਉਹਨਾਂ ਦੀ ਐਪਰੀਸੀਏਸ਼ਨ ਕਰਨ ਦੇ ਲਈ ਅਸੀਂ ਇਹਨਾਂ ਯੰਗ ਮਾਈਂਡਸ, ਦੇਖੋ ਇੱਥੇ ਵਰਡ ਯੂਜ਼ ਹੋਇਆ ਯੰਗ ਮਾਈਂਡ। ਯੰਗ ਮਾਈਂਡ ਦਾ ਮਤਲਬ ਇੱਥੇ ਉਸ ਦੇ ਸਕੂਲ ਦੇ ਪੜ੍ਹਨ ਵਾਲੇ ਬੱਚਿਆਂ ਨੂੰ ਕਿਹਾ ਗਿਆ, ਕਿਉਂਕਿ ਉਹ ਛੋਟੇ ਬੱਚੇ ਨੇ। ਉਹਨਾਂ ਮਾਈਂਡ ਦੇ ਵਿੱਚ ਅਸੀਂ ਇਹਨਾਂ ਮੁਸੀਬਤਾਂ ਨੂੰ ਦੀ ਐਕਚੁਅਲ ਬੁੱਕਤ ਕੀ ਹੈ ਉਹ ਸਮਝਾਉਣ ਦੇ ਲਈ ਅਸੀਂ ਇਹਨਾਂ ਨੂੰ, ਉਹਨਾਂ ਬੱਚਿਆਂ ਨੂੰ ਇਹਨਾਂ ਮੁਸੀਬਤਾਂ ਦੇ ਵਿੱਚ ਪਾਰਟੀਸਿਪੇਟ ਕਰਵਾਉਂਦੇ ਹਾਂ। ਮਤਲਬ ਕਿ ਉਹਨਾਂ ਨੂੰ ਪਾਰਟੀਸਿਪੇਟ ਕਰਵਾਉਂਦੇ ਹਾਂ, ਮਤਲਬ ਉਹਨਾਂ ਨੂੰ ਇਹ ਦੁੱਖ ਦਾ ਅਹਿਸਾਸ ਦਿਵਾਉਂਦੇ ਹਾਂ ਕਿ ਐਕਚੁਅਲ ਇਹ ਦੁੱਖ ਹੈ ਕੀ ਨੇ। ਤਾਂ ਹਰ ਇੱਕ ਕੋਰਸ ਦੀ ਟਰਮ ਦੇ ਵਿੱਚ, ਚਾਹੇ ਉਹ ਸਾਲ ਦਾ ਹੈ ਜਾਂ 2 ਸਾਲ ਦਾ ਹੈ, ਹਰ ਇੱਕ ਬੱਚੇ ਨੂੰ ਇੱਕ ਵਾਰੀ ਵਨ ਬਲਾਈਂਡ ਡੇ, ਇੱਕ ਵਾਰੀ ਉਸ ਨੂੰ ਬਲਾਈਂਡ ਡੇ ਦੇ ਦੌਰ ਚੋਂ ਗੁਜ਼ਰਨਾ ਪੈਂਦਾ ਹੈ। ਵਨ ਲੇਮ ਡੇ, ਇੱਕ ਵਾਰੀ ਉਹਨੂੰ ਲੰਗੜਾ ਬਣਨਾ ਪੈਂਦਾ ਹੈ। ਵਨ ਡੈਫ ਡੇ, ਉਸ ਨੂੰ ਬੋਲਾ ਬਣਨਾ ਪੈਂਦਾ ਹੈ। ਵਨ ਮੇਮ ਡੇ, ਨਾ ਮੇਮ ਦਾ ਮਤਲਬ ਹੁੰਦਾ ਬੱਚਿਓ, ਜੋ ਸਪੋਜ਼ ਕਰੋ ਕਿਸੇ ਇੰਜਰੀ ਦੇ ਵਿੱਚ ਜਾਂ ਐਕਸੀਡੈਂਟ ਦੇ ਵਿੱਚ ਕਿਸੇ ਪਰਸਨ ਦਾ ਕੋਈ ਵੀ ਅੰਗ ਪਰਮਾਨੈਂਟਲੀ ਡੈਮੇਜ ਹੋ ਜੇ, ਮਤਲਬ ਜਿਵੇਂ ਸਪੋਜ਼ ਕਰੋ ਕੋਈ ਸੱਜੀ ਬਾਂਹ, ਖੱਬੀ ਬਾਂਹ ਜਾਂ ਕੋਈ ਵੀ ਅੰਗ ਜਿਹੜਾ ਡੈਮੇਜ ਹੋ ਜੇ, ਅਸੀਂ ਉਸ ਨੂੰ ਕਹਿੰਦੇ ਹਾਂ ਕਿ ਮੇਮਡ ਹੋ ਗਿਆ। ਤਾਂ ਇੱਥੇ ਮੇਮ ਡੇ ਮਤਲਬ ਅਪਾਹਿਜ ਵਾਲਾ ਦਿਨ ਹੋ ਗਿਆ। ਅਤੇ ਵਨ ਡਮ ਡੇ, ਡਮ ਡੇ ਦਾ ਮਤਲਬ ਹੁੰਦਾ ਜਦੋਂ ਬੰਦਾ ਗੂੰਗਾ ਹੋ ਜਾਂਦਾ, ਬੋਲ ਨਹੀਂ ਸਕਦਾ। ਕਹਿੰਦੇ ਬਲਾਈਂਡ ਡੇ ਦੇ ਵਿੱਚ ਉਹਨਾਂ ਦੀਆਂ ਆਈਜ਼ ਜਿਹੜੀਆਂ ਨੇ ਉਹਨਾਂ ਦੇ ਪੱਟੀ ਬੰਨੀ ਰਹਿੰਦੀ ਹੈ, ਐਬਸੋਲਿਊਟਲੀ ਪੂਰੀ ਤਰ੍ਹਾਂ। ਐਬਸੋਲਿਊਟਲੀ ਦਾ ਮਤਲਬ ਪੂਰੀ ਤਰ੍ਹਾਂ। ਐਂਡ ਇਟ ਇਜ਼ ਅ ਪੁਆਇੰਟ ਆਫ ਓਨਰ ਨੋਟ ਟੂ ਪੀਪ, ਅਤੇ ਇਹ ਉਹਨਾਂ ਦੇ ਲਈ ਇਹ ਸਮਝੀ ਜਾਂਦੀ ਹੈ ਕਿ ਉਹ ਇਸ ਗੱਲ ਦੀ ਇੱਜ਼ਤ ਰੱਖਣਗੇ ਕਿ ਉਹ ਪੀਪ ਨਹੀਂ ਕਰਨਗੇ। ਨਾ, ਉਹ ਪੀਪ ਦਾ ਮਤਲਬ ਹੁੰਦਾ ਬੇਟਾ ਝਾਤੀ ਮਾਰਨਾ, ਲੁੱਕ ਕੇ ਝਾਤੀ ਮਾਰਨਾ, ਉਹਨੂੰ ਪੀਪ ਕਹਿੰਦੇ ਆ। ਤਾਂ ਇਸ ਗੱਲ ਦੀ ਉਹ ਇੱਜ਼ਤ ਰੱਖਦੇ ਆ। ਤਾਂ ਜਿਹੜੀ ਬੈਂਡੇਜ ਹੈ ਬਲਾਈਂਡ ਡੇ ਵਾਲੇ ਦਿਨ, ਉਹ ਓਵਰਨਾਈਟ, ਰਾਤ ਨੂੰ ਜਦੋਂ ਬੱਚਾ ਸੌਣ ਲੱਗਦਾ ਹੈ ਜਾਂ ਸੁੱਤਾ ਹੁੰਦਾ ਹੈ, ਉਸ ਟਾਈਮ ਉਸ ਦੀ ਅੱਖਾਂ ਤੇ ਪਾ ਦਿੱਤੀ ਜਾਂਦੀ ਹੈ। ਅਤੇ ਜਦੋਂ ਉਹ ਸਵੇਰੇ ਉੱਠਦੇ ਨੇ, ਦੇ ਵੇਕ ਬਲਾਈਂਡ, ਤਾਂ ਉਹ ਉਸ ਟਾਈਮ ਬਲਾਈਂਡ ਹੁੰਦੇ ਨੇ, ਮਤਲਬ ਉਹਨਾਂ ਨੂੰ ਕੁਝ ਨਹੀਂ ਦਿਖਦਾ, ਕਿਉਂਕਿ ਰਾਤ ਨੂੰ ਉਹਨਾਂ ਦੇ ਕਾਲੀ ਪੱਟੀ ਬੰਨ੍ਹਤੀ ਗਈ ਹੈ। ਇਹਦਾ ਮਤਲਬ ਇਹ ਹੋਇਆ ਦੇ ਨੀਡ ਅਸਿਸਟੈਂਸ ਇਨ ਐਵਰੀਥਿੰਗ। ਅਸਿਸਟੈਂਸ ਦਾ ਮਤਲਬ ਹੁੰਦਾ ਬੇਟਾ ਮਦਦ। ਹੈਲਪ ਦਾ ਇਹ ਸਟਰੋਂਗ ਵਰਡ ਹੈ। ਅਸਿਸਟੈਂਸ ਜਿਹੜਾ ਹੈ ਹੈਲਪ ਤੋਂ ਥੋੜ੍ਹਾ ਜਿਹਾ ਜ਼ਿਆਦਾ ਮਤਲਬ ਵੱਡਾ ਵਰਡ ਹੈ। ਤੇ ਉਹ ਕਹਿੰਦੇ ਉਹਨਾਂ ਨੂੰ ਹਰ ਇੱਕ ਚੀਜ਼ ਦੇ ਵਿੱਚ ਮਦਦ ਚਾਹੀਦੀ ਹੁੰਦੀ ਹੈ, ਬਿਕੋਜ਼ ਉਹ ਕੁਝ ਦੇਖ ਨਹੀਂ ਪਾਉਂਦੇ। ਐਂਡ ਅਦਰ ਚਿਲਡਰਨ ਆਰ ਟੋਲਡ ਆਫ ਟੂ ਹੈਲਪ ਦੈਮ, ਅਤੇ ਬਾਕੀ ਬੱਚਿਆਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਇਹਨਾਂ ਦੀ ਹੈਲਪ ਕਰੋ। ਐਂਡ ਲੀਡ ਦੈਮ ਅਬਾਊਟ, ਅਤੇ ਉਹਨਾਂ ਨੂੰ ਇੱਧਰ ਉੱਧਰ ਲੈ ਕੇ ਜਾਓ। ਇਟ ਇਜ਼ ਐਜੂਕੇਟਿਵ ਟੂ ਬੋਥ ਆਫ ਦੈਮ, ਦਾ ਬਲਾਈਂਡ ਐਂਡ ਦਾ ਹੈਲਪਰਸ। ਤਾਂ ਇਸ ਤਰ੍ਹਾਂ ਜਿਹੜਾ ਬਲਾਈਂਡ ਡੇ ਹੈ ਉਹ ਕੇਵਲ ਇੱਕ ਬੱਚੇ ਲਈ, ਜਾਂ ਜਿਹੜੇ ਡੇਜ਼ ਨੇ ਸਾਰੇ, ਉਹ ਕੇਵਲ ਇੱਕ ਬੱਚੇ ਲਈ ਹੀ ਇਹ ਸਿੱਖਿਆਦਾਇਕ ਨਹੀਂ ਹੁੰਦੇ, ਸਗੋਂ ਦੋਨਾਂ ਲਈ ਹੁੰਦੇ ਨੇ। ਕਿਹਦੇ ਕਿਹਦੇ ਲਈ? ਬਲਾਈਂਡ ਲਈ, ਜਿਹੜਾ ਬਲਾਈਂਡ ਬਣਦਾ ਹੈ, ਅਤੇ ਦਾ ਹੈਲਪਰ ਜਿਹੜੇ ਉਸ ਦੀ ਮਦਦ ਕਰਦੇ ਨੇ। ਤਾਂ ਦੋਨਾਂ ਲਈ ਹੀ ਐਜੂਕੇਟਿਵ ਨੇ, ਸਿੱਖਿਆਦਾਇਕ ਨੇ। ਮਿਸ ਬੀਮ ਅੱਗੇ ਕਹਿੰਦੀ ਹੈ ਕਿ ਦੇਅਰ ਇਜ਼ ਨੋ ਪ੍ਰਾਈਵੇਸ਼ਨ ਅਬਾਊਟ ਇਟ। ਕਹਿੰਦੇ ਇਹਦੇ 'ਚ ਕਿਸੇ ਦਾ ਲੋਸ ਨਹੀਂ ਹੈ। ਮਤਲਬ ਜਦੋਂ ਕੋਈ ਹੈਲਪ ਕਰਦਾ ਹੈ ਜਾਂ ਜਿਹੜਾ ਇਸ ਡੇ ਦੇ ਵਿੱਚੋਂ ਦੀ ਲੰਘਦਾ ਹੈ, ਸਾਰਿਆਂ ਦਾ ਫਾਇਦਾ ਹੀ ਫਾਇਦਾ ਹੈ। ਮਿਸ ਬੀਮ ਆਪਣਾ ਕਹਿਣਾ ਜਾਰੀ ਰੱਖਦੀ ਹੈ, ਹਰ ਕੋਈ ਬਹੁਤ ਹੀ ਦਿਆਲੂ ਹੈ। ਅਤੇ ਇਹ ਇੱਕ ਤਰ੍ਹਾਂ ਨਾਲ ਕਿਵੇਂ ਹੁੰਦਾ ਹੈ ਕਿ ਬਿਫੋਰ ਦਾ ਡੇ ਇਜ਼ ਓਵਰ, ਜਦੋਂ ਦਿਨ ਖਤਮ ਹੁੰਦਾ ਹੈ, ਤਾਂ ਜਿਹੜੀ ਐਫਲਿਕਸ਼ਨ ਦਾ ਮਤਲਬ ਬੇਟਾ
ਮੁਸੀਬਤ ਨੂੰ ਕਿਹਾ ਜਾਂਦਾ ਹੈ, ਬਹੁਤ ਹੀ ਡਾਢੀ ਮੁਸੀਬਤ ਨੂੰ ਅਫਲਿਕਸ਼ਨ ਕਿਹਾ ਜਾਂਦਾ ਹੈ। ਤਾਂ ਜਿਹੜੀ ਉਸ ਮੁਸੀਬਤ ਦੀ ਅਸਲੀ ਸੱਚਾਈ ਹੈ, ਮਸਟ ਬੀ ਅਪੈਰੈਂਟ। ਅਪੈਰੈਂਟ ਦਾ ਮਤਲਬ ਹੁੰਦਾ ਬੱਚਿਓ ਜ਼ਾਹਿਰ ਹੋਵੇ, ਈਵਨ ਟੂ ਦਾ ਲੀਸਟ ਥਾਟਫੁਲ, ਉਸ ਬੱਚੇ ਲਈ ਵੀ ਜੋ ਇਸ ਦੇ ਬਾਰੇ ਕਦੇ ਸੋਚਦਾ ਹੀ ਨਹੀਂ। ਤਾਂ ਲੀਸਟ ਥਾਟਫੁਲ ਦਾ ਮਤਲਬ ਹੈ ਜੋ ਵਿਚਾਰਸ਼ੀਲ ਹੀ ਨਹੀਂ ਹੈ। ਮੰਨ ਲਓ ਕੋਈ ਐਸਾ ਬੱਚਾ ਹੈ ਜਿਹਨੇ ਕਦੇ ਆਪਣੇ ਮਨ ਦੇ ਵਿੱਚ ਇਹ ਸੋਚਿਆ ਹੀ ਨਹੀਂ ਕਿ ਅਪਾਹਿਜ ਬੰਦਿਆਂ ਦੀ ਜ਼ਿੰਦਗੀ ਕੀ ਹੁੰਦੀ ਹੈ। ਜਦੋਂ ਉਸ ਬੱਚੇ ਨੂੰ ਇਸ ਤਰ੍ਹਾਂ ਦੇ ਡੇ ਦੇ ਵਿੱਚੋਂ ਕੱਢਿਆ ਜਾਂਦਾ ਹੈ, ਜਦੋਂ ਪੂਰਾ ਦਿਨ ਇਸ ਤਰ੍ਹਾਂ ਦੇ ਡੇ 'ਚ ਰਹਿੰਦਾ ਹੈ, ਤਾਂ ਉਹ ਵੀ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਵਾਕਈ ਇਹ ਕਿੱਡੀ ਵੱਡੀ ਮੁਸੀਬਤ ਹੈ ਜਿਨ੍ਹਾਂ ਦੇ ਵਿੱਚੋਂ ਇਹ ਜਿਹੜੇ ਅਸਲ ਅਪਾਹਿਜ ਬੰਦੇ ਨੇ ਉਹ ਲੰਘਦੇ ਨੇ। ਤਾਂ ਇੱਥੇ ਇਹਦਾ ਮਤਲਬ ਪੂਰੀ ਲਾਈਨ ਦਾ ਇਹ ਹੈ। ਫਿਰ ਅੱਗੇ ਮਿਸ ਬਿਮ ਕੀ ਕਹਿੰਦੀ ਹੈ ਕਿ ਜਿਹੜਾ ਬਲਾਈਂਡ ਡੇ ਹੈ ਉਹ ਸੱਚਮੁੱਚ ਰੀਅਲੀ ਦਾ ਵਰਸਟ, ਹੁਣ ਇੱਥੇ ਵਰਸਟ ਜਿਹੜੀ ਹੈ ਇੱਥੇ ਡਿਗਰੀ ਕੰਪੈਰੀਜ਼ਨ ਡਿਗਰੀ ਲੱਗੀ ਹੋਈ ਹੈ, ਬੈਡ ਵਰਸ ਵਰਸਟ, ਤਾਂ ਸਭ ਤੋਂ ਜ਼ਿਆਦਾ ਮਾੜਾ ਦਿਨ ਹੈ, ਤੀਸਰੀ ਡਿਗਰੀ ਲੱਗੀ ਹੈ। ਸ਼ੀ ਵੈਂਟ ਔਨ, ਉਹ ਕਹਿੰਦੀ ਜਾਂਦੀ ਹੈ, ਬਟ ਸਮ ਆਫ ਦਾ ਚਿਲਡਰਨ ਟੈਲ ਮੀ ਦੈਟ ਦ ਡਮ ਡੇ ਇਜ਼ ਦਾ ਮੋਸਟ ਡ੍ਰੈਡਡ, ਪਰ ਸਮ ਆਫ ਦਾ ਚਿਲਡਰਨ, ਕੁਝ ਬੱਚੇ, ਸਮ, ਸਾਰੇ ਨਹੀਂ ਕਹਿੰਦੇ, ਸਮ ਆਫ ਦਾ ਚਿਲਡਰਨ, ਕੁਝ ਬੱਚੇ ਕਹਿੰਦੇ ਨੇ ਕਿ ਜਿਹੜਾ ਡਮ ਡੇ ਹੈ, ਡਮ ਡੇ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ ਬੱਚੇ, ਜਦੋਂ ਬੱਚਾ ਨਹੀਂ ਜਿਸ ਦਿਨ ਬੱਚੇ ਨੇ ਨਹੀਂ ਬੋਲਣਾ ਹੁੰਦਾ, ਮਤਲਬ ਗੂੰਗਾ ਰਹਿਣਾ ਹੁੰਦਾ, ਡਮ ਡੇ ਕਹਿੰਦੇ ਉਹ ਸਭ ਤੋਂ ਜ਼ਿਆਦਾ ਡਰਾਵਨਾ, ਡ੍ਰੈਡਡ। ਦੇਅਰ ਆਫ ਕੋਰਸ ਕਹਿੰਦੇ ਬਿਲਕੁਲ ਬਿਨਾਂ ਸੰਦੇਹ ਤੋਂ ਕਿ ਜਿਹੜਾ ਚਾਈਲਡ ਹੈ, ਜਿਹੜਾ ਬੱਚਾ ਹੈ, ਉਹ ਆਪਣੀ ਵਿਲ ਪਾਵਰ ਦੇ ਨਾਲ, ਮਤਲਬ ਵਿਲ ਪਾਵਰ ਦਾ ਮਤਲਬ ਬੱਚੇ ਇੱਥੇ ਇੱਛਾ ਸ਼ਕਤੀ, ਇੱਛਾ ਸ਼ਕਤੀ ਦੇ ਨਾਲ ਹੀ ਉਸਨੇ ਆਪਣਾ ਮਾਊਥ ਬੰਦ ਰੱਖਣਾ ਹੁੰਦਾ ਹੈ, ਕਿਉਂਕਿ ਮਾਊਥ ਜਿਹੜਾ ਹੈ ਉਸਦਾ ਮੂੰਹ ਉਹਦੇ ਕੋਈ ਪੱਟੀ ਨਹੀਂ ਬੰਨੀ ਹੋਈ, ਠੀਕ ਹੈ। ਤਾਂ ਕਹਿਣ ਦਾ ਮਤਲਬ ਬੱਚੇ ਨੂੰ ਆਪਣੀ ਵਿਲ ਪਾਵਰ ਦੇ ਨਾਲ, ਇੱਛਾ ਸ਼ਕਤੀ ਦੇ ਨਾਲ ਆਪਣਾ ਮੂੰਹ ਬੰਦ ਰੱਖਣਾ ਪੈਂਦਾ ਕਿ ਉਸਨੇ ਪੂਰਾ ਦਿਨ ਬੋਲਣਾ ਨਹੀਂ। ਤਾਂ ਬੱਚੇ ਉਹ ਵੈਸੇ ਵੀ ਤੁਹਾਨੂੰ ਵੀ ਕਈ ਵਾਰੀ ਤੁਸੀਂ, ਜੇ ਤੁਹਾਨੂੰ ਕਲਾਸ ਦੇ ਵਿੱਚ 2 ਮਿੰਟ ਲਈ ਛੱਡ ਦਿੱਤਾ ਜਾਵੇ ਤਾਂ ਤੁਸੀਂ ਉਹਦੀ ਗੱਲਾਂ ਮਾਰਨ ਲੱਗ ਜਾਂਦੇ ਹੋ, ਬਿਕੋਜ਼ ਬੱਚਿਆਂ ਲਈ ਚੁੱਪ ਰਹਿਣਾ ਬਹੁਤ ਔਖਾ ਹੈ, ਤੇ ਉਹਨਾਂ ਨੂੰ ਚੁੱਪ ਕਰਕੇ ਬਿਠਾਉਣਾ ਇੱਕ ਟੀਚਰ ਲਈ ਵੀ ਥੋੜਾ ਜਿਹਾ ਚੈਲੰਜਿੰਗ ਹੁੰਦਾ ਹੈ। ਤਾਂ ਇੱਥੇ ਮਿਸ ਪੀਮ ਉਸੇ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਬੱਚੇ ਬੋਲਣਾ ਪਸੰਦ ਕਰਦੇ ਨੇ ਆਪਣੇ ਸਾਥੀਆਂ ਨਾਲ, ਉਹ ਚੁੱਪ ਨਹੀਂ ਰਹਿ ਸਕਦੇ। ਇਸ ਕਰਕੇ ਕੁਝ ਬੱਚਿਆਂ ਦੇ ਲਈ ਡਮ ਡੇ ਬਹੁਤ ਹੀ ਡਰਾਉਣਾ ਹੁੰਦਾ, ਡ੍ਰੈਡਡ ਹੁੰਦਾ। ਪਰ ਕਹਿੰਦੇ ਚਲੋ ਤੁਸੀਂ ਮੇਰੇ ਨਾਲ ਗਾਰਡਨ 'ਚ ਆਓ ਅਤੇ ਖੁਦ ਦੇਖੋ, ਸੀ ਫॉर yourself ਹਾਊ ਦਾ ਚਿਲਡਰਨ ਲਾਈਕ ਇਟ, ਕਿ ਇਹਨਾਂ ਡੇਜ਼ ਨੂੰ ਬੱਚੇ ਕਿਵੇਂ ਪਸੰਦ ਕਰਦੇ ਨੇ। ਉਹ ਮਤਲਬ ਹੁਣ ਰਾਈਟਰ ਨੂੰ ਕਹਿ ਰਹੀ ਹੈ ਕਿ ਤੁਸੀਂ ਗਾਰਡਨ 'ਚ ਜਾਓ। ਤਾਂ ਮਿਸ ਬੀਮ ਮੈਨੂੰ, ਮਤਲਬ ਰਾਈਟਰ ਨੂੰ, ਇੱਕ ਵਨ ਆਫ ਦਾ ਬੈਂਡੇਜ਼ਡ ਗਰਲਸ, ਮਤਲਬ ਬੈਂਡੇਜ ਮਤਲਬ ਜਿਨ੍ਹਾਂ ਦੀਆਂ ਅੱਖਾਂ 'ਚ ਪੱਟੀ ਬੰਨੀ ਹੋਈ ਹੈ, ਉਹਨਾਂ 'ਚੋਂ ਇੱਕ ਲੜਕੀ ਕੋਲ ਲੈ ਕੇ ਜਾਂਦੀ ਹੈ, ਅ ਲਿਟਲ ਮੈਰੀ ਥਿੰਗ। ਹੁਣ ਦੇਖੋ ਰਾਈਟਰ ਨੇ ਫਿਰ ਉਸ ਛੋਟੀ ਜਿਹੀ ਲੜਕੀ ਲਈ ਲਿਟਲ ਮੈਰੀ ਥਿੰਗ ਯੂਜ਼ ਕੀਤਾ ਹੈ, ਛੋਟੀ ਜੀ ਖੁਸ਼ ਮਿਜ਼ਾਜ ਵਾਲੀ ਲੜਕੀ, ਲਿਟਲ ਮੈਰੀ ਥਿੰਗ। ਤਾਂ ਇਹ ਰਾਈਟਰ ਦਾ ਇੱਕ ਸਟਾਈਲ ਹੈ। ਦੇਖੋ ਉੱਪਰ ਆਪਾਂ ਪੜ੍ਹਿਆ ਸੀਗਾ, ਉੱਪਰਲੇ ਪਾਸੇ ਉਸਨੇ ਬੱਚਿਆਂ ਦੇ ਲਈ ਇੱਕ ਵਰਡ ਯੂਜ਼ ਕੀਤਾ ਸੀਗਾ, ਪੂਅਰ ਲਿਟਲ ਥਿੰਗ, ਇੱਕ ਲੜਕੀ ਲਈ ਜੋ ਉਸਨੂੰ ਸ਼ੁਰੂਆਤ ਦੇ ਵਿੱਚ ਮਿਲੀ ਸੀ, ਉਸਨੇ ਉਸਨੂੰ ਪੂਅਰ ਲਿਟਲ ਥਿੰਗ ਕਿਹਾ, ਆਹ ਵਾਲਾ ਵਰਡ ਯੂਜ਼ ਕਰਿਆ। ਤੇ ਨੀਚੇ ਹੁਣ ਉਹ ਜਿਸ ਲੜਕੀ ਕੋਲ ਜਾਂਦਾ ਹੈ ਉਸ ਲਈ ਉਹ ਕਿਹੜਾ ਵਰਡ ਯੂਜ਼ ਕਰਦਾ, ਲਿਟਲ ਮੈਰੀ ਥਿੰਗ। ਤਾਂ ਉਸਨੇ ਇਹਦੇ ਵਰਡਸ ਨਾ ਕਈ ਜਗ੍ਹਾ ਯੂਜ਼ ਕੀਤੇ ਆ, ਜਿਵੇਂ ਯੰਗ ਮਾਈਂਡਸ ਵੀ ਯੂਜ਼ ਕੀਤਾ, ਆਪਾਂ ਉੱਪਰ ਪੜ੍ਹਿਆ ਸੀਗਾ। ਤਾਂ ਇਸ ਤਰ੍ਹਾਂ ਮੇਰਾ ਰਾਈਟਰ ਦਾ ਸਟਾਈਲ ਹੈ ਲਿਖਣ ਦਾ। ਤਾਂ ਹੁਣ ਉਹ ਜਿਹੜੀ ਛੋਟੀ ਜਿਹੀ ਲੜਕੀ ਹੈ, ਖੁਸ਼ ਮਿਜ਼ਾਜ ਲੜਕੀ ਹੈ, ਉਸਦੀ ਆਈਜ਼ ਫੋਲਡ ਦੇ ਅੰਡਰ ਹੈ, ਫੋਲਡ ਦਾ ਮਤਲਬ ਉਸ 'ਤੇ ਪੱਟੀ ਬੰਨੀ ਹੋਈ ਹੈ, ਤੇ ਮੈਨੂੰ ਪੱਕਾ ਯਕੀਨ ਹੈ ਕਿ ਉਸਦੀਆਂ ਜਿਹੜੀਆਂ ਆਈਜ਼ ਨੇ ਉਹ ਓਨੀਆਂ ਬਲੈਕ ਨੇ ਜਿਵੇਂ ਕਿ ਐਸ਼ ਬਰਡਸ ਹੁੰਦੀਆਂ ਨੇ ਨਾ। ਐਸ਼ ਬਰਡਸ ਕੀ ਹੈ ਬੱਚਿਓ, ਇੱਕ ਐਸ਼ ਟਰੀ ਹੁੰਦਾ ਹੈ, ਉਸ ਟਰੀ ਦੇ ਜਿਹੜੇ ਜਦੋਂ ਆਪਾਂ ਉਸਦੀਆਂ ਬਰਡਸ ਨਿਕਲਦੀਆਂ ਨੇ ਉਹ ਕਾਲੀਆਂ ਹੁੰਦੀਆਂ ਨੇ, ਤਾਂ ਉਸ ਤਰ੍ਹਾਂ ਦੀਆਂ ਜਿਹੜੀਆਂ ਐਸ਼ ਬਰਡਸ ਦੀ ਤਰ੍ਹਾਂ ਉਸਦੀਆਂ ਅੱਖਾਂ ਕਾਲੀਆਂ ਹੋਣਗੀਆਂ, ਮੈਨੂੰ ਪੱਕਾ ਸੀਗਾ। ਤਾਂ ਹੁਣ ਉਸ ਲੜਕੀ ਕੋਲ ਜਾ ਕੇ ਮਿਸ ਬਿਮ ਕਹਿੰਦੀ ਹੈ ਕਿ ਇੱਕ ਜੈਂਟਲਮੈਨ, ਇੱਕ ਭੱਦਰਪੁਰਸ਼ ਤੇਰੇ ਨਾਲ ਗੱਲ ਕਰਨਾ ਚਾਹੁੰਦਾ ਹੈ, ਅਤੇ ਮਿਸ ਬਿਮ ਇਹ ਕਹਿ ਕੇ ਸਾਨੂੰ ਦੋਨਾਂ ਨੂੰ ਛੱਡ ਗਈ। ਹੁਣ ਪਹਿਲਾ ਕੁਐਸਚਨ ਜੋ ਰਾਈਟਰ ਉਸ ਲੜਕੀ ਨੂੰ ਪੁੱਛਦਾ ਹੈ, ਡੋਂਟ ਯੂ ਐਵਰ ਪੀਪ, ਕੀ ਤੂੰ ਕਦੇ ਝਾਤੀ ਨਹੀਂ ਮਾਰਦੀ ਆਪਣੀ ਫੋਲਡ 'ਚੋਂ, ਆਪਣੀ ਜੋ ਪੱਟੀ ਬਣੀ ਹੋਈ ਹੈ ਉਹ ਤੋਂ ਝਾਤੀ ਨਹੀਂ ਮਾਰਦੀ। ਆਈ ਆਸਕਡ ਬਾਈ ਵੇ ਆਫ ਐਨ ਓਪਨਿੰਗ। ਨਾ ਇਹ ਜਿਹੜਾ ਫਰੇਜ਼ ਹੈ ਨਾ ਬੱਚਿਓ, ਬਾਈ ਵੇ ਆਫ ਐਨ ਓਪਨਿੰਗ, ਇਹ ਕਈ ਜਗ੍ਹਾ ਅਸੀਂ ਅਲੱਗ-ਅਲੱਗ ਤਰੀਕਿਆਂ ਨਾਲ ਯੂਜ਼ ਕਰਦੇ ਹਾਂ, ਜਿਵੇਂ ਬਾਈ ਵੇ ਆਫ ਐਨ ਇੰਟਰੋਡਕਸ਼ਨ ਵੀ ਆਪਾਂ ਯੂਜ਼ ਕਰ ਲੈਂਦੇ ਹਾਂ, ਹੋਰ ਵੀ ਕਈ ਵਰਡਸ। ਇਹਦਾ ਮਤਲਬ ਹੁੰਦਾ ਸ਼ੁਰੂਆਤ 'ਚ ਜਦ ਆਪਾਂ ਕੋਈ ਵੀ ਕੰਮ ਕਰਨ ਜਾਂਦੇ ਹਾਂ ਨਾ, ਤਾਂ ਉੱਥੇ ਅਸੀਂ ਇਹ ਫਰੇਜ਼ ਯੂਜ਼ ਕਰਦੇ ਹਾਂ, ਬਾਈ ਵੇ ਆਫ ਐਨ ਓਪਨਿੰਗ। ਤਾਂ ਸ਼ੁਰੂਆਤ 'ਚ ਮੈंने ਉਹਨੂੰ ਕੁਐਸਚਨ ਪੁੱਛਿਆ ਕਿ ਤੂੰ ਕਦੇ ਝਾਤੀ ਨਹੀਂ ਮਾਰਦੀ, ਤਾਂ ਸ਼ੀ ਐਕਸਕਲੇਮਡ, ਉਹ ਹੈਰਾਨ ਹੋਈ ਤੇ ਕਹਿੰਦੀ ਨਹੀਂ, ਦੈਟ ਵੁੱਡ ਬੀ ਚੀਟਿੰਗ, ਕਹਿੰਦੀ ਇਹ ਤਾਂ ਚੀਟਿੰਗ ਹੋਊਗੀ। ਤਾਂ ਇਹ ਤਾਂ ਮਤਲਬ ਕਿ ਧੋਖਾ ਦੇਣਾ ਹੋ ਗਿਆ। ਤੇ ਤੁਹਾਨੂੰ ਮੈਂ ਦੱਸਿਆ ਸੀਗਾ ਨਾ ਉੱਪਰ ਮਿਸ ਬੀਮ ਨੇ ਕੀ ਕਿਹਾ ਸੀਗਾ ਕਿ ਇਹ ਇਸ ਗੱਲ ਦੀ ਇੱਜ਼ਤ ਰੱਖਦੇ ਨੇ
ਕਿ ਉਹ ਮਤਲਬ ਇਸ 'ਚੋਂ ਪੀਪ ਨਹੀਂ ਕਰਦੇ। ਹੁਣ ਉੱਥੋਂ ਉਹੀ ਗੱਲ ਜਿਹੜੀ ਮਿਸ ਬੀਮ ਦੀ ਜਿਹੜੀ ਗੱਲ ਹੈ ਉਹ ਉਸਨੂੰ ਕਨਫਰਮ ਕਰ ਰਹੀ ਹੈ। ਉਹ ਲੜਕੀ ਕਹਿੰਦੀ ਦੈਟ ਵੁੱਡ ਬੀ ਚੀਟਿੰਗ, ਬਟ ਆਈ ਹੈਡ ਨੋ ਆਈਡੀਆ ਇਟ ਵਾਜ਼ ਸੋ ਔਫੁਲ ਟੂ ਬੀ ਬਲਾਈਂਡ। ਕਹਿੰਦੇ ਪਰ ਮੈਨੂੰ ਇੰਨਾ ਪਤਾ ਨਹੀਂ ਸੀਗਾ ਕਿ ਬਲਾਈਂਡ ਬਣਨਾ ਇੰਨਾ ਜ਼ਿਆਦਾ ਮੁਸ਼ਕਿਲ ਭਰਿਆ, ਇੰਨਾ ਜ਼ਿਆਦਾ ਔਖਾ ਹੈ। ਮਤਲਬ ਮੈਨੂੰ ਕੋਈ ਆਈਡੀਆ ਨਹੀਂ ਸੀ ਇਸ ਬਾਰੇ। ਤਾਂ ਇਹ ਵਾਲਾ ਸੈਂਟੈਂਸ ਵੀ ਅਸੀਂ ਬੇਟਾ ਪੰਜਾਬੀ 'ਚ ਬਹੁਤ ਯੂਜ਼ ਕਰਦੇ ਹਾਂ। ਆਈ ਹੈਡ ਨੋ ਆਈਡੀਆ, ਆਈ ਹੈਵ ਨੋ ਆਈਡੀਆ, ਮੈਨੂੰ ਕੋਈ ਪਤਾ ਹੀ ਨਹੀਂ। ਤਾਂ ਆਪਾਂ ਕਹਿ ਦਿੰਦੇ ਵੀ ਤੈਨੂੰ ਪਤਾ ਨਾ, ਮੈਨੂੰ ਤਾਂ ਨਹੀਂ ਪਤਾ। ਪੰਜਾਬੀ 'ਚ ਆਪਾਂ ਕਹਿ ਦਿੰਦੇ ਹਾਂ। ਤਾਂ ਮੈਂ ਆਪਣੇ ਹਮੇਸ਼ਾ ਬੱਚਿਆਂ ਨੂੰ ਨਾ ਛੋਟੇ ਛੋਟੇ ਸੈਂਟੈਂਸਿਸ ਬੋਲਣ ਲਈ ਹਮੇਸ਼ਾ ਐਨਕਰੇਜ ਕਰਦਾ ਹੁੰਦਾ ਕਲਾਸ 'ਚ ਕਿ ਇਹਨਾਂ ਸੈਂਟੈਂਸਿਸ ਨੂੰ ਤੁਸੀਂ ਨੋਟ ਕਰਿਆ ਕਰੋ। ਆਈ ਹੈਵ ਨੋ ਆਈਡੀਆ ਹੈ ਨਾ, ਤਾਂ ਇਹਨੂੰ ਯੂਜ਼ ਕਰਿਆ ਕਰੋ। ਕਹਿੰਦੇ ਤੁਸੀਂ ਕੋਈ ਵੀ ਚੀਜ਼ ਨਹੀਂ ਦੇਖ ਸਕਦੇ, ਯੂ ਕਾਂਟ ਸੀ ਅ ਥਿੰਗ, ਤੁਸੀਂ ਕੋਈ ਵੀ ਚੀਜ਼ ਨਹੀਂ ਦੇਖ ਸਕਦੇ। ਵਨ ਫੀਲਸ ਵਨ ਇਜ਼ ਗੋਇੰਗ ਟੂ ਬੀ ਹਿਟ ਬਾਏ ਸਮਥਿੰਗ ਐਵਰੀ ਮੂਮੈਂਟ। ਕਹਿੰਦੇ ਐ ਲੱਗਦਾ ਹੈ ਕਿ ਹਰ ਪਲ, ਐਵਰੀ ਮੂਮੈਂਟ, ਜਿਹੜਾ ਕੋਈ ਵੀ ਹੈ, ਕੋਈ ਵੀ ਜਣਾ ਕਿਸੇ ਤੇ ਜਾ ਕੇ ਵੱਜੂਗਾ ਜਾ ਕੇ। ਵਨ ਇਜ਼ ਗੋਇੰਗ ਟੂ ਬੀ ਹਿਟ, ਕਿ ਉਹ ਕਿਸੇ 'ਚ ਜਾ ਕੇ ਵੱਜੂਗਾ ਕਿਸੇ ਵੀ ਚੀਜ਼ ਨਾਲ, ਐਵਰੀ ਮੂਮੈਂਟ, ਕਿਸੇ ਵੀ ਪਲ। ਸਿਟਿੰਗ ਡਾਊਨ ਇਜ਼ ਸੱਚ ਅ ਰਿਲੀਫ। ਸਿਟਿੰਗ ਡਾਊਨ ਕਹਿੰਦੇ ਬੈਠਣਾ ਕਿੰਨਾ ਕਿੰਨਾ ਰਿਲੀਫ ਭਰਿਆ ਹੈ, ਕਿੰਨਾ ਸਕੂਨ ਭਰਿਆ ਹੈ। ਸੱਚ ਆ ਰਿਲੀਫ ਦਾ ਮਤਲਬ ਹੁੰਦਾ ਬੇਟਾ ਸਕੂਨ ਭਰਿਆ। ਇਹ ਵੀ ਫਰੇਜ਼ ਜਿਹੜਾ ਹੁੰਦਾ ਹੈ ਇਹ ਅਸੀਂ ਕਾਫੀ ਯੂਜ਼ ਕਰਦੇ ਹਾਂ ਪੰਜਾਬੀ 'ਚ, ਵੀ ਕਿੰਨਾ ਮਤਲਬ ਮਜ਼ਾ ਆ ਰਿਹਾ ਹੈ, ਕਿੰਨਾ ਵਧੀਆ ਲੱਗ ਰਿਹਾ ਹੈ। ਤਾਂ ਕੋਈ ਚੀਜ਼ ਆਪਾਂ ਇਸ ਦੇ ਅੱਗੇ ਲਾ ਕੇ ਇਸ ਸੱਚ ਆ ਰਿਲੀਫ ਪਿੱਛੇ ਲਾ ਸਕਦੇ ਹਾਂ। ਕਹਿੰਦੇ ਕੀ ਤੁਹਾਡੇ ਗਾਈਡਸ, ਹੁਣ ਅਗਲਾ ਕੁਐਸਚਨ ਰਾਈਟਰ ਪੁੱਛਦਾ ਹੈ ਕਿ ਕੀ ਤੁਹਾਡੇ ਗਾਈਡਸ ਤੇਰੇ ਤੇ ਪੂਰੀ ਤਰ੍ਹਾਂ ਕਾਇੰਡ ਨੇ, ਮਤਲਬ ਤੇਰੇ ਨਾਲ ਪੂਰਾ ਕੋਆਪਰੇਟ ਕਰਦੇ ਨੇ। ਹੁਣ ਉਹ ਲੜਕੀ ਰਾਈਟਰ ਦਾ ਆਨਸਰ ਦਿੰਦੀ ਹੈ ਪ੍ਰੈਟੀ ਗੁੱਡ। ਪ੍ਰੈਟੀ ਗੁੱਡ ਦਾ ਮਤਲਬ ਕਾਫੀ ਵਧੀਆ, ਪਰ ਇੰਨੇ ਕੇਅਰਫੁਲ ਨਹੀਂ ਹੈਗੇ ਜਿੰਨੀ ਕਿ ਮੈਂ ਹੁੰਨੀ ਆ ਜਦੋਂ ਮੇਰੀ ਟਰਨ ਹੁੰਦੀ ਹੈ। ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਮੇਰੀ ਵਾਰੀ ਗਾਈਡ ਬਣਨ ਦੀ ਆਉਂਦੀ ਹੈ ਤਾਂ ਮੈਂ ਤਾਂ ਬਹੁਤ ਜ਼ਿਆਦਾ ਕੇਅਰਫੁਲ ਹੁੰਨੀ ਆ ਆਪਣੇ ਮਤਲਬ ਜੋ ਜਿਸ ਨਾਲ ਮੈਨੂੰ ਰੱਖਿਆ ਜਾਂਦਾ ਹੈ, ਜਿਸ ਨੂੰ ਮੈਨੇ ਅਸਿਸਟ ਕਰਨਾ ਹੁੰਦਾ ਹੈ। ਤੇ ਜਿਹੜੇ ਆਲਰੇਡੀ ਬਲਾਈਂਡ ਬਣੇ ਹੋਏ ਨੇ ਉਹ ਸਭ ਤੋਂ ਬੈਸਟ ਨੇ, ਕਿਉਂਕਿ ਉਹ ਉਸ ਚੋਂ ਲੰਘੇ ਹੋਏ ਨੇ, ਇਸ ਪ੍ਰੋਬਲਮ ਚੋਂ ਲੰਘੇ ਹੋਏ ਨੇ, ਕਿਉਂਕਿ ਉਹ ਬਲਾਈਂਡ ਬਣੇ ਹੋਏ ਨੇ। ਤਾਂ ਉਹਨਾਂ ਨੂੰ ਪਤਾ ਹੈ ਵੀ ਜਿਹੜਾ ਬੰਦਾ ਹੁਣ ਇਸ ਟਾਈਮ ਬਲਾਈਂਡ ਹੈ, ਜਿਹਨੂੰ ਅਸੀਂ ਅਸਿਸਟ ਕਰ ਰਹੇ ਹਾਂ, ਅਸੀਂ ਹੈਲਪ ਕਰ ਰਹੇ ਹਾਂ, ਤਾਂ ਸਾਨੂੰ ਉਹਦੇ ਲਈ ਬਹੁਤ ਜ਼ਿਆਦਾ ਕੋਆਪਰੇਟਿਵ ਬਣਨਾ ਪਊਗਾ। ਤਾਂ ਇੱਥੇ ਵੀ ਬੱਚੇ ਉਹ ਜਿਹੜੀ ਲੜਕੀ ਹੈ ਉਹ ਮਿਸ ਬੀਮ ਦੀਆਂ ਗੱਲਾਂ ਨੂੰ ਕਨਫਰਮ ਕਰ ਰਹੀ ਹੈ, ਜਿਹਦੇ ਵਿੱਚ ਉਹਨੇ ਇਹ ਕਿਹਾ ਸੀਗਾ ਕਿ ਇਹ ਤਾਂ ਐਜੂਕੇਟਿਵ ਹੈ ਦੋਨਾਂ ਲਈ, ਮਤਲਬ ਬਲਾਈਂਡ ਲਈ ਤੇ ਹੈਲਪਰਸ ਲਈ। ਕਹਿੰਦੇ ਇਟ ਇਜ਼ ਪਰਫੈਕਟਲੀ ਘਾਸਟਲੀ ਨੋਟ ਟੂ ਸੀ। ਕਹਿੰਦੇ ਵੀ ਇਹ ਬਹੁਤ ਹੀ ਮਤਲਬ ਔਖਾ ਹੈ, ਡਰਾਉਣਾ ਭਰਿਆ ਹੈ ਕਿ ਅਸੀਂ ਦੇਖ ਨਹੀਂ ਸਕਦੇ। ਆਈ ਵਿਸ਼ ਯੂ ਵੁਡ ਟਰਾਈ। ਤਾਂ ਹੁਣ ਉਹ ਕਹਿੰਦੀ ਹੈ ਕਿ ਮੈਂ ਸੋਚਦੀ ਹਾਂ ਕਿ ਕਦੇ ਤੁਸੀਂ ਵੀ ਟਰਾਈ ਕਰਕੇ ਦੇਖੋ। ਆਪਾਂ ਪੰਜਾਬੀ 'ਚ ਵੀ ਕਹਿ ਦਿੰਦੇ ਹਾਂ ਤੂੰ ਵੀ ਕਰਕੇ ਦੇਖ ਐਵੇਂ। ਇਹ ਜਿਹੜੀ ਮਤਲਬ ਫਰੇਜ਼ ਆਪਾਂ ਪੰਜਾਬੀ 'ਚ ਬਹੁਤ ਯੂਜ਼ ਕਰਦੇ ਹਾਂ, ਤਾਂ ਇਹ ਤੁਸੀਂ ਇੰਗਲਿਸ਼ 'ਚ ਬੋਲਿਆ ਕਰੋ ਬੱਚਿਓ, ਆਈ ਵਿਸ਼ ਯੂ ਵੁਡ ਟਰਾਈ। ਕਹਿੰਦੇ ਕੀ ਮੈਂ ਤੁਹਾਨੂੰ ਕਿਤੇ ਲੈ ਕੇ ਜਾਵਾਂ, ਆਈ ਆਸਕਡ, ਮੈਨੇ ਪੁੱਛਿਆ। ਹਾਂ, ਉਸਨੇ ਕਿਹਾ। ਕਹਿੰਦੇ ਚਲੋ ਆਪਾਂ ਇੱਕ ਛੋਟੀ ਜੀ ਵਾਕ ਕਰਕੇ ਆਉਂਦੇ ਹਾਂ, ਲੈਟ ਅਸ ਗੋ ਫॉर ਅ ਵਾਕ, ਲਿਟਲ ਵਾਕ। ਕਹਿੰਦੇ ਤੁਸੀਂ ਮੈਨੂੰ ਜ਼ਰੂਰ ਤੁਹਾਨੂੰ ਦੱਸਣਾ ਪਏਗਾ ਆਲੇ ਦੁਆਲੇ ਦੀਆਂ ਚੀਜ਼ਾਂ ਬਾਰੇ ਜੋ ਰਸਤੇ 'ਚ ਆਉਣਗੀਆਂ। ਮੈਨੂੰ ਬਹੁਤ ਹੀ ਖੁਸ਼ੀ ਹੋਵੇਗੀ ਜਦੋਂ ਦਿਨ ਖਤਮ ਹੋ ਜਾਵੇਗਾ, ਵੈਨ ਟੂਡੇ ਇਜ਼ ਓਵਰ। ਕਹਿੰਦੇ ਹੋਰ ਜਿਹੜੀਆਂ ਬੈਡ ਡੇਜ਼ ਇੰਨੀਆਂ ਜਿਹੜੇ ਇੰਨੇ ਜ਼ਿਆਦਾ ਜਿਹੜੇ ਦਿਨ ਹੁੰਦੇ ਨੇ ਉਹ ਇੰਨੇ ਬੁਰੇ ਨਹੀਂ ਹੁੰਦੇ ਨੇ, ਬੁਰੇ ਨਹੀਂ ਹੁੰਦੇ ਜਿੰਨੇ ਕਿ ਇਹ ਹੈ। ਕਾਂਟ ਬੀ ਹਾਫ, ਮਤਲਬ ਕਿ ਇਸ ਤੋਂ ਅੱਧੇ ਬੁਰੇ ਵੀ ਨਹੀਂ ਹੁੰਦੇ। ਮਤਲਬ ਬੈਡ ਡੇਜ਼ ਕਾਂਟ ਬੀ ਹਾਫ ਐਜ਼ ਬੈਡ ਐਜ਼ ਦਿਸ। ਮਤਲਬ ਉਹ ਕਹਿ ਰਹੀ ਹੈ ਕਿ ਬਲਾਈਂਡ ਡੇ ਬਹੁਤ ਜ਼ਿਆਦਾ ਮਤਲਬ ਮੁਸ਼ਕਿਲ ਭਰਿਆ। ਹੈਵਿੰਗ ਅ ਲੈਗ ਟਾਈਡ ਅਪ, ਤੁਹਾਡੀ ਇੱਕ ਲੱਤ ਬੰਨੀ ਹੋਈ ਹੈ, ਐਂਡ ਹੋਪਿੰਗ ਅਬਾਊਟ ਅ ਕਰਚ, ਅਤੇ ਤੁਸੀਂ ਇੱਕ ਫੋੜੀ ਦੇ ਨਾਲ ਮੂਵ ਕਰ ਰਹੇ ਹੋ। ਹੋਪ ਦਾ ਮਤਲਬ ਹੁੰਦਾ ਹੈ ਮੂਵ ਕਰਨਾ। ਇਹ ਵਰਡ ਬੇਟਾ ਪਹਿਲਾਂ ਆਪਾਂ ਜਿਹੜੀ ਪਿਛਲੀ ਪੋਇਮ ਕੀਤੀ ਸੀ ਉਹਦੇ 'ਚ ਵੀ ਆਇਆ ਸੀ। ਇਜ਼ ਆਲਮੋਸਟ ਫਨ। ਕਹਿੰਦੇ ਇਹ ਬਹੁਤ ਹੀ ਜ਼ਿਆਦਾ ਫਨ ਭਰਿਆ ਹੈ, ਮਜ਼ਾਕ ਭਰਿਆ ਹੈ। ਕਹਿੰਦੇ ਇੱਕ ਆਮ ਤੁਹਾਡੀ ਟਾਈਡ ਹੋਵੇ, ਉਹ ਥੋੜ੍ਹੀ ਜਿਹੀ ਟਰਬਲਸਮ ਹੁੰਦੀ ਹੈ। ਟਰਬਲਸਮ ਦਾ ਮਤਲਬ ਔਖੀ ਹੁੰਦੀ ਹੈ, ਬਿਕੋਜ਼ ਤੁਹਾਡੇ ਲਈ ਜਿਹੜਾ ਕਿਉਂਕਿ ਹੁਣ ਤੁਹਾਡੀ ਆਮ ਕੰਮ ਨਹੀਂ ਕਰ ਰਹੀ, ਤਾਂ ਤੁਹਾਡਾ ਫੂਡ ਜਿਹੜਾ ਹੈ ਉਸ ਨੂੰ ਕੱਟ ਕੇ ਕੋਈ ਤੁਹਾਨੂੰ ਦੇਗਾ ਅਤੇ ਇਸ ਤਰ੍ਹਾਂ ਹੋਰ ਕੰਮ ਵੀ ਕਰਕੇ ਦੇਗਾ। ਬਟ ਇਟ ਡਜ਼ਨਟ ਰੀਅਲੀ ਮੈਟਰ। ਪਰ ਇਹਦਾ ਕੋਈ ਫਰਕ ਨਹੀਂ ਪੈਂਦਾ। ਇਟ ਡਜ਼ਨਟ ਰੀਅਲੀ ਮੈਟਰ, ਇਹ ਵੀ ਬੜਾ ਫਰੇਜ਼ ਅਸੀਂ ਪੰਜਾਬੀ 'ਚ ਬੜੀ ਯੂਜ਼ ਕਰਦੇ ਹਾਂ। ਇਟ ਡਜ਼ਨਟ ਰੀਅਲੀ ਮੈਟਰ, ਕੋਈ ਫਰਕ ਨਹੀਂ ਪੈਂਦਾ ਆਪਾਂ ਨੂੰ, ਹੈ ਨਾ। ਤਾਂ ਇਹ ਇੰਗਲਿਸ਼ 'ਚ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਡਜ਼ਨਟ ਰੀਅਲੀ ਮੈਟਰ। ਤਾਂ ਹੁਣ ਜਿਹੜਾ ਬੱਚੋ ਇਸ ਲਾਈਨ ਦੇ ਵਿੱਚ ਜਿਹੜੀ ਉਹ ਲੜਕੀ ਹੈ, ਉਹ ਇੱਕ ਤਾਂ ਜਿਹੜੀ ਹੈ ਬਲਾਈਂਡ ਡੇ ਦੀ ਉਸਨੇ ਗੱਲ ਕੀਤੀ, ਫਿਰ ਉਸਨੇ ਆ ਜਿਹੜੀ ਲੈਗ ਟਾਈਡ ਅਪ ਦੀ ਗੱਲ ਕਰ ਰਹੀ ਹੈ, ਤਾਂ ਇਹ ਲੇਮ ਡੇ ਦੀ ਗੱਲ ਕਰ ਰਹੀ ਹੈ। ਤੇ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਦੱਸਿਆ ਸੀ ਕਿ ਮਿਸ ਬੀਮ ਨੇ ਜਦੋਂ ਲੇਖਕ ਨੂੰ ਦੱਸ ਰਹੀ ਸੀ ਤਾਂ ਉਹਨੇ ਇੱਕ ਮੇਮ ਡੇ ਦੀ ਵੀ ਗੱਲ ਕੀਤੀ ਸੀ। ਮੇਮ ਜਿਸ ਦੇ ਵਿੱਚ ਕੋਈ ਕਿਸੇ ਬੰਦੇ ਦਾ ਪਰਟੀਕੂਲਰ ਅੰਗ ਜਿਹੜਾ ਹੁੰਦਾ ਪੂਰੀ ਤਰ੍ਹਾਂ ਡੈਮੇਜ ਹੋ ਜਾਂਦਾ। ਤਾਂ ਇਹ ਆਮ ਜਿਹੜੀ ਟਾਈਡ ਅਪ ਕਰਕੇ ਬੱਚਿਆਂ ਨੂੰ
ਕਰਵਾਈ ਜਾਂਦੀ ਹੈ ਵੀ ਉਹਨਾਂ ਦੀ ਆਮ ਜੋ ਉਹਨਾਂ ਦਾ ਸੱਜਾ ਹੱਥ ਸਪੋਜ਼ ਕਰੋ ਕੰਮ ਕਰ ਰਿਹਾ ਹੈ ਜ਼ਿਆਦਾ, ਕਈ ਬੱਚੇ ਖੱਬੂ ਹੁੰਦੇ ਨੇ ਤਾਂ ਉਹਨਾਂ ਦਾ ਖੱਬਾ ਹੱਥ ਬੰਨ ਦਿੱਤਾ ਜਾਂਦਾ, ਖੱਬੀ ਬਾਹ, ਤਾਂ ਇਸ ਨੂੰ ਆਪਾਂ ਮੇਮ ਡੇ ਕਹਿੰਦੇ ਆ। ਤਾਂ ਇੱਥੇ ਮੇਮ ਡੇ ਦੀ ਗੱਲ ਹੋ ਰਹੀ ਹੈ। ਇਹ ਮੇਮ ਡੇ ਹੋ ਗਿਆ ਤੇ ਇਹ ਤੁਹਾਡਾ ਜਿਹੜਾ ਲੇਮ ਡੇ ਹੋ ਗਿਆ ਤੇ ਬਲਾਈਂਡ ਡੇ ਹੋ ਗਿਆ। ਤਾਂ ਇਹ 3 ਡੇਜ਼ ਦੀ ਉਸ ਲੜਕੀ ਨੇ ਗੱਲ ਕੀਤੀ ਹੈ। ਐਂਡ ਫਿਰ ਉਸ ਤੋਂ ਬਾਅਦ ਚੌਥੇ ਡੇ ਦੀ ਗੱਲ ਕਰਦੀ ਹੈ ਬੀਇੰਗ ਡੈਫ, ਇੱਕ ਦਿਨ ਲਈ ਤੁਸੀਂ ਬੋਲੇ ਬਣ ਜਾਂਦੇ ਹੋ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈ, ਆਈ ਸ਼ੈਲ ਨੋਟ ਮਾਈਂਡ ਦੈਟ, ਮੈਨੂੰ ਕੋਈ ਪ੍ਰੋਬਲਮ ਨਹੀਂ। ਇਹ ਵੀ ਦੇਖੋ ਪੰਜਾਬੀ ਵਾਲੀ ਗੱਲਾਂ ਆ ਗਈਆਂ, ਐਟਲੀਸਟ ਜ਼ਿਆਦਾ ਨਹੀਂ ਹੈ। ਤਾਂ ਬਟ ਹੁਣ ਉਹ ਇਹਨਾਂ ਚਾਰੇ ਡੇਜ਼ ਦੇ ਵਿੱਚੋਂ ਬਲਾਈਂਡ ਨੂੰ ਸਭ ਤੋਂ ਜ਼ਿਆਦਾ ਫਰਾਈਟਨਿੰਗ ਬਣ ਰਹੀ ਹੈ, ਸਭ ਤੋਂ ਜ਼ਿਆਦਾ ਡਰਾਉਣਾ ਬਣ ਰਹੀ ਹੈ। ਫਰਾਈਟਨਿੰਗ ਦਾ ਮਤਲਬ ਡਰਾਉਣਾ। ਮਾਈ ਹੈਡ ਇਚਿਜ਼ ਆਲ ਦਾ ਟਾਈਮ, ਕਹਿੰਦੇ ਮੇਰਾ ਸਿਰ ਹੈ ਉਹ ਸਾਰਾ ਦਿਨ ਦੁਖਦਾ ਰਹਿੰਦਾ ਹੈ ਸਿਰਫ ਇਸ ਗੱਲ ਦੇ ਖਤਰੇ ਤੋਂ, ਡੋਜਿੰਗ ਥਿੰਗਸ, ਕਿ ਮੈਨੇ ਚੀਜ਼ਾਂ ਨੂੰ ਡੋਜ ਕਰਨਾ। ਆਪਾਂ ਕਹਿੰਦੇ ਹਾਂ ਕਿ ਡੋਜ ਕਰਨ ਦਾ ਮਤਲਬ ਹੁੰਦਾ ਅਵੋਇਡ ਕਰਨਾ ਹੈ, ਅਣਦੇਖਿਆ ਕਰਨਾ ਹੈ, ਕਿ ਮੈਂ ਚੀਜ਼ਾਂ ਨੂੰ ਅਵੋਇਡ ਕਰਾਂ, ਉਹਨਾਂ ਨੂੰ ਅਣਦੇਖਿਆ ਕਰਾਂ, ਹਾਲਾਂਕਿ ਉਹ ਚੀਜ਼ਾਂ ਉੱਥੇ ਹੁੰਦੀਆਂ ਹੀ ਨਹੀਂ, ਕਿਉਂਕਿ ਮੇਰੀਆਂ ਅੱਖਾਂ 'ਤੇ ਪੱਟੀ ਬੰਨੀ ਹੁੰਦੀ ਹੈ, ਮੈਨੂੰ ਇਹ ਲੱਗਦਾ ਮੇਰੇ ਅੱਗੇ ਕੋਈ ਚੀਜ਼ ਪਈ ਹੈ, ਪਰ ਮੈਂ ਉਸ ਨੂੰ ਅਵੋਇਡ ਕਰਨ ਦੀ ਕੋਸ਼ਿਸ਼ ਕਰਦੀ ਹਾਂ, ਬਟ ਉਹ ਚੀਜ਼ ਐਕਚੁਅਲੀ ਉੱਥੇ ਹੁੰਦੀ ਓ ਨਹੀਂ। ਤਾਂ ਇਸ ਤਰ੍ਹਾਂ ਦਾ ਮੇਰੇ ਨਾਲ ਹੁੰਦਾ ਹੈ। ਵੇਅਰ ਆਰ ਵੀ ਨਾਓ, ਹੁਣ ਅਸੀਂ ਕਿੱਥੇ ਹਾਂ? ਤਾਂ ਲੇਖਕ ਜਵਾਬ ਦਿੰਦਾ ਹੈ ਕਿ ਹੁਣ ਅਸੀਂ ਪਲੇਗਰਾਊਂਡ 'ਚ ਆ ਗਏ ਹਾਂ। ਇਨ ਦਾ ਪਲੇਗਰਾਊਂਡ ਆਈ ਸੈਡ, ਮੈਂ ਕਿਹਾ। ਤਾਂ ਹੁਣ ਇੱਕ ਘਰ ਵੱਲ ਜਾ ਰਹੇ ਹਾਂ। ਮਿਸ ਬੀਮ ਉਸ ਘਰ ਦੀ ਜਿਹੜੀ ਟੈਰਿਸ ਹੈ ਉਸ ਦੇ ਵਿੱਚ ਇੱਧਰ ਉੱਧਰ ਵਾਕ ਕਰ ਰਹੀ ਹੈ ਵਿਦ ਅ ਟਾਲ ਗਰਲ, ਇੱਕ ਲੰਬੀ ਲੜਕੀ ਦੇ ਨਾਲ। ਇੱਕ ਘਰ ਵੱਲ ਜਾ ਰਹੇ ਨੇ, ਉਸ ਘਰ ਦੇ ਅੱਗੇ ਇੱਕ ਟੈਰਿਸ ਤੁਹਾਨੂੰ ਪਤਾ ਬੱਚਿਓ, ਛੋਟਾ ਜਿਹਾ ਏਰੀਆ ਹੁੰਦਾ ਜਿਸ ਤੇ ਆਪਾਂ ਬੈਠ ਕੇ ਆਰਾਮ ਕਰਦੇ ਹਾਂ, ਪੇਪਰ ਪੜ੍ਹ ਲਿਆ ਜਾਂ ਗੱਲਾਂ ਕਰ ਲਈਆਂ ਇਸ ਤਰ੍ਹਾਂ। ਤਾਂ ਉੱਥੇ ਉਹ ਇੱਧਰ ਉੱਧਰ ਘੁੰਮ ਰਹੇ ਨੇ ਦੋਨੇ ਜਣੇ, ਤੇ ਮਿਸ ਬੀਮ ਦੇ ਨਾਲ ਇੱਕ ਟਾਲ ਗਰਲ ਹੈ। ਤਾਂ ਹੁਣ ਲੜਕੀ ਕਹਿੰਦੀ ਹੈ ਕਿ ਉਸ ਲੜਕੀ ਨੇ ਕੀ ਪਾਇਆ ਹੋਇਆ ਹੈ ਜੋ ਮਿਸ ਬੀਮ ਦੇ ਨਾਲ ਹੈ? ਮਾਈ ਕੰਪੇਨੀਅਨ ਆਸਕਡ, ਮੇਰੇ ਸਾਥੀ ਨੇ ਪੁੱਛਿਆ। ਸਾਥੀ ਮਤਲਬ ਉਹ ਲੜਕੀ ਲੇਖਕ ਦੇ ਨਾਲ ਹੈ ਜੋ ਜਿਸ ਦੀ ਅੱਖਾਂ ਤੇ ਪੱਟੀ ਬਣੀ ਹੋਈ ਹੈ। ਹਾਂਜੀ, ਉਸਨੇ ਇੱਕ ਬਲੂ ਸਕਰਟ ਪਾਈ ਹੋਈ ਹੈ ਤੇ ਇੱਕ ਅਪਰ ਪਿੰਕ ਰੰਗ ਦਾ ਪਾਇਆ ਹੋਇਆ, ਉਸਨੇ ਗੁਲਾਬੀ ਰੰਗ ਦਾ। ਮੈਨੂੰ ਲੱਗਦਾ ਹੈ ਕਿ ਮਿਲੀ ਹੈ। ਆਈ ਥਿੰਕ ਸ਼ੀ ਸੈਡ, ਉਸਨੇ ਕਿਹਾ। ਉਸਦੇ ਵਾਲ ਕਿਸ ਰੰਗ ਦੇ ਨੇ? ਉਸਦੇ ਹੈਰ ਕਿਸ ਰੰਗ ਦੇ ਨੇ? ਵੈਰੀ ਲਾਈਟ, ਕਾਫੀ ਲਾਈਟ ਨੇ। ਉਸਨੇ ਕਿਹਾ ਮੈਨੇ ਕਿਹਾ ਹਾਂ ਇਹ ਤਾਂ ਹੈ, ਇਹ ਤਾਂ ਮਿਲੀ ਹੀ ਹੈ। ਉਹ ਸਾਡੀ ਹੈਡ ਗਰਲ ਹੈ। ਹੈਡ ਗਰਲ ਤੁਹਾਨੂੰ ਪਤਾ ਬੱਚੋ, ਸਕੂਲਾਂ ਦੇ ਵਿੱਚ ਹੈਡ ਗਰਲ ਹੈਡ ਬॉय ਹੁੰਦੇ ਨੇ। ਸ਼ੀ ਇਜ਼ ਆਫਲੀ ਡਿਸੈਂਟ, ਕਹਿੰਦੀ ਉਹ ਬਹੁਤ ਹੀ ਜ਼ਿਆਦਾ ਸਿਆਣੀ ਕੁੜੀ ਹੈ। ਕਹਿੰਦੇ ਇੱਕ ਓਲਡ ਮੈਨ ਹੈ, ਬੁੱਢਾ ਬੰਦਾ ਹੈ, ਜੋ ਰੋਜ਼ਿਸ ਨੇ ਗਾਰਡਨ ਦੇ ਵਿੱਚ ਲੱਗੇ ਹੋਏ ਨੇ, ਉਹਨੂੰ ਟਾਈ ਕਰ ਰਿਹਾ, ਉਹਨਾਂ ਨੂੰ ਬੰਨ ਰਿਹਾ ਹੈ। ਮੈਂ ਕਿਹਾ ਹਾਂ ਇਹ ਪੀਟਰ ਹੈ, ਉਹ ਮਾਲੀ ਹੈ, ਹੀ ਇਜ਼ ਦਾ ਗਾਰਡਨਰ, ਹੀ ਇਜ਼ ਹੰਡਰਡਸ ਆਫ ਈਅਰਸ ਓਲਡ। ਕਹਿੰਦੇ ਉਹ ਬਹੁਤ ਹੀ ਬੁੱਢਾ ਹੈ। ਉਹਨਾਂ ਇੱਥੇ ਮਤਲਬ ਇਹਦਾ ਮਤਲਬ ਇਹ ਨਹੀਂ ਕਿ 100 ਸਾਲ ਦਾ ਹੈ ਉਹ, ਹੰਡਰਡਸ ਆਫ ਈਅਰਸ ਓਲਡ ਜਿਹੜਾ ਹੁੰਦਾ ਹੈ ਇਹ ਫਰੇਜ਼ ਹੈ, ਇਹਦਾ ਮਤਲਬ ਕਿ ਕਾਫੀ ਬੁੱਢਾ ਹੈ। ਤੇ ਐਂਡ ਹੇਅਰ ਕਮਸ ਅ ਡਾਰਕ ਗਰਲ ਇਨ ਰੈਡ, ਕਹਿੰਦੇ ਇੱਕ ਲੜਕੀ ਹੋਰ ਆਈ ਹੈ ਇੱਥੇ ਜਿਸ ਦਾ ਡਾਰਕ ਗਰਲ ਹੈ, ਥੋੜੀ ਸਾਂਵਲੀ ਹੈ ਤੇ ਰੈੱਡ ਕੱਪੜੇ ਪਾਏ ਹੋਏ ਨੇ, ਤੇ ਉਹਨੇ ਉਹ ਕਰਚੀਜ਼ ਆ ਉਸਦੇ ਕੋਲ, ਫੋੜੀਆਂ ਨੇ ਦੋਨਾਂ ਪਾਸੇ, ਉਸਨੇ ਆਪਣੇ ਮੋਢੇ ਦੇ ਨੀਚੇ ਫੋੜੀਆਂ ਰੱਖੀਆਂ ਹੋਈਆਂ। ਯੈਸ, ਹਾਂ, ਦੈਟ ਇਜ਼ ਬੈਰਿਲ, ਉਹ ਕਹਿੰਦੀ ਹੈ ਬੈਰਿਲ ਹੈ ਉਸ ਲੜਕੀ ਦਾ ਨਾਮ। ਤੇ ਇਸ ਤਰ੍ਹਾਂ ਅਸੀਂ ਚੱਲਦੇ ਰਹੇ ਐਂਡ ਸੋ ਵੀ ਵਾਕਡ ਔਨ। ਅਤੇ ਮੈਂ ਇਸ ਜਿਹੜੀ ਲਿਟਲ ਥਿੰਗ ਹੈ, ਲਿਟਲ ਥਿੰਗ, ਫਿਰ ਉਸਨੇ ਦੇਖੋ ਵਰਡ ਯੂਜ਼ ਕੀਤਾ ਉਸੇ ਲੜਕੀ ਲਈ ਜਿਸ ਦੇ ਨਾਲ ਉਹ ਜਾ ਰਿਹਾ ਹੈ, ਉਸ ਨੂੰ ਘੁਮਾਉਂਦੇ ਹੋਏ ਮੈਨੇ ਇਹ ਡਿਸਕਵਰ ਕੀਤਾ, ਉਸ ਨੂੰ ਇੱਧਰ ਉੱਧਰ ਸਟੀਅਰਿੰਗ ਦਾ ਮਤਲਬ ਇੱਧਰ ਉੱਧਰ ਲੈ ਕੇ ਜਾਂਦੇ ਹੋਏ ਮੈਨੇ ਇਹ ਪਤਾ ਲਗਾਇਆ ਕਿ ਮੈਂ ਪਹਿਲਾਂ ਨਾਲੋਂ 10 ਟਾਈਮਸ ਮੋਰ ਥੋਟਫੁਲ ਹੋ ਗਿਆ, 10 ਗੁਣਾ ਜ਼ਿਆਦਾ ਵਿਚਾਰਸ਼ੀਲ ਹੋ ਗਿਆ। ਜਦੋਂ ਆਈ ਹੈਡ ਐਨੀ ਨੋਸ਼ਨ ਆਫ, ਜਦੋਂ ਮੈਨੂੰ ਕੋਈ ਇਹਦੇ ਬਾਰੇ ਕੋਈ ਆਈਡੀਆ ਹੀ ਨਹੀਂ ਸੀਗਾ ਵੀ ਇਸ ਤਰ੍ਹਾਂ ਵੀ ਹੁੰਦਾ ਹੈ। ਅਤੇ ਫਿਰ ਮੈਨੂੰ ਇਹ ਵੀ ਪਤਾ ਲੱਗਿਆ ਕਿ ਜਿਹੜੀਆਂ ਆਲੇ ਦੁਆਲੇ, ਸਰਾਊਂਡਿੰਗ ਦਾ ਮਤਲਬ ਆਲੇ ਦੁਆਲੇ ਦੀਆਂ ਚੀਜ਼ਾਂ ਨੂੰ ਜੇ ਆਪਾਂ ਡਿਸਕ੍ਰਾਈਬ ਕਰੀਏ, ਵਰਣਨ ਕਰੀਏ ਕਿਸੇ ਹੋਰ ਨੂੰ, ਟੂ ਅਨਦਰ, ਇਹ ਕੰਮ ਇੰਟਰਸਟਿੰਗ ਵੀ ਹੁੰਦਾ ਹੈ। ਮਤਲਬ ਜੇ ਇਹ ਕੰਮ ਜਿਵੇਂ ਸਪੋਜ਼ ਕਰੋ ਕੋਈ ਗਾਈਡ ਬਣਦਾ ਹੈ ਕਿਸੇ ਬਲਾਈਂਡ ਪਰਸਨ ਦਾ, ਤਾਂ ਉਹਦੇ ਲਈ ਵੀ ਇੰਟਰਸਟਿੰਗ ਹੈ ਕਿਉਂਕਿ ਉਸਨੇ ਆਲੇ ਦੁਆਲੇ ਦੀਆਂ ਸਾਰੀਆਂ ਚੀਜ਼ਾਂ ਨੂੰ ਉਸ ਨੂੰ ਨਰੇਟ ਕਰਕੇ ਦੱਸਣਾ। ਤਾਂ ਬੱਚਿਓ ਇੱਥੋਂ ਸਾਡੀਆਂ ਜਿਹੜੀਆਂ ਮਿਸ ਬੀਮ ਨੇ ਸ਼ੁਰੂਆਤ ਦੇ ਵਿੱਚ ਲੇਖਕ ਨੂੰ ਗੱਲਾਂ ਦੱਸੀਆਂ ਸੀਗੀਆਂ ਕਿ ਇਹਦੇ ਵਿੱਚ ਅਸੀਂ ਵਿਚਾਰਸ਼ੀਲ ਬਣਾਉਂਦੇ ਹਾਂ ਬੱਚਿਆਂ ਨੂੰ, ਉਹਨੇ ਸ਼ੁਰੂਆਤ ਦੇ ਵਿੱਚ ਦੱਸਿਆ ਸੀ ਕਿ ਥੋਟਫੁਲ ਬਣਾਉਂਦੇ ਹਾਂ। ਉਹ ਵੀ ਗੱਲ ਕਨਫਰਮ ਹੋ ਜਾਂਦੀ ਹੈ ਕਿ ਮਿਸ ਬੀਮ ਦਾ ਜੋ ਪਾਠਕ੍ਰਮ ਹੈ, ਜੋ ਕਰੀਕੁਲਮ ਹੈ, ਉਹ ਬਿਲਕੁਲ ਸਹੀ ਹੈ। ਜੋ ਉਹ ਕਰਵਾਉਣਾ ਚਾਹੁੰਦੀ ਹੈ ਆਪਣੇ ਬੱਚਿਆਂ ਦੇ ਵਿੱਚ, ਉਹਦੇ ਵਿੱਚ ਉਹ 100% ਰਾਈਟ ਹੈ। ਕਿਉਂਕਿ ਇੱਕ ਜਿਹੜਾ ਆਥਰ ਹੈ ਉਹ ਵੀ ਇਹ ਚੀਜ਼ ਸੋਚ ਰਿਹਾ ਹੈ ਕਿ ਮਤਲਬ ਮੈਂ ਪਹਿਲਾਂ ਨਾਲੋਂ ਜ਼ਿਆਦਾ ਥੋਟਫੁਲ ਹੋ ਗਿਆ, ਕਿਉਂਕਿ ਥੋਟਫੁਲ ਦਾ ਮਤਲਬ ਵਿਚਾਰਸ਼ੀਲ ਹੋ ਗਿਆ ਉਹਨਾਂ ਲੋਕਾਂ ਦੇ ਪ੍ਰਤੀ ਜੋ ਲੋਕ ਇਹ ਵਿਚਾਰੇ ਪ੍ਰੋਬਲਮ ਜੋ ਲੰਘਦੇ ਨੇ ਜਾਂ ਅਪਾਹਿਜ ਲੋਕ ਨੇ। ਤਾਂ ਇਹਦਾ ਮਤਲਬ ਮਿਸ ਬੀਮ ਜੋ ਬੱਚਿਆਂ ਨੂੰ ਪੜ੍ਹਾ ਰਹੀ ਹੈ, ਜੋ ਸਿਖਾ ਰਹੀ ਹੈ, ਉਹ ਬਿਲਕੁਲ ਸਹੀ ਸਿਖਾ ਰਹੀ ਹੈ।
ਤਾਂ ਹੁਣ ਐਂਡ ਦੇ ਵਿੱਚ ਜਦੋਂ ਮਿਸ ਬੀ ਮੈਨੂੰ ਛੱਡਣ ਆਈ ਤਾਂ ਮੈਨੂੰ ਬੜਾ ਅਫਸੋਸ ਸੀ ਕਿ ਮੈਂ ਜਾ ਰਿਹਾ। ਆਈ ਵਾਸ ਸੌਰੀ ਟੂ ਗੋ ਐਂਡ ਸੈਡ ਸੋ। ਅਤੇ ਮੈਂ ਉਸਨੂੰ ਇਹ ਕਿਹਾ ਵੀ ਕਿ ਮੈਨੂੰ ਜਾਣਾ ਚੰਗਾ ਨਹੀਂ ਲੱਗ ਰਿਹਾ, ਮੈਨੂੰ ਤੁਹਾਡੇ ਸਕੂਲ 'ਚ ਆਉਣਾ ਬਹੁਤ ਹੀ ਵਧੀਆ ਲੱਗਿਆ। ਅਤੇ ਉਹ ਕਹਿੰਦੀ ਹੈ, ਉਹ ਰਿਪਲਾਈ ਕਰਦੀ ਹੈ, ਦੈਨ ਦੇਰ ਇਜ਼ ਸਮਥਿੰਗ ਇਨ ਮਾਈ ਸਿਸਟਮ ਆਫਟਰ ਆਲ। ਕਹਿੰਦੇ ਇਹਦਾ ਮਤਲਬ ਮੇਰੇ ਸਿਸਟਮ 'ਚ ਕੁਛ ਤਾਂ ਵਧੀਆ ਹੈ। ਅਤੇ ਮੈਂ ਵਾਪਸ ਆ ਗਿਆ ਅਤੇ ਮੈਂ ਸ਼ਹਿਰ ਨੂੰ ਵਾਪਸ ਆ ਗਿਆ ਅਤੇ ਮੈਂ ਕੁਛ ਮਰਮਰਿੰਗ ਕੁਛ ਆਵਾਜ਼ ਕੁਛ ਹੌਲੀ ਜਿਹੀ ਆਵਾਜ਼ ਦੇ ਵਿੱਚ ਮੈਂ ਕੁਛ ਬੋਲ ਰਿਹਾ ਸੀ, ਇਨਐਕੂਰੇਟਲੀ ਐਜ਼ ਐਵਰ। ਇਨਐਕੂਰੇਟਲੀ ਦਾ ਮਤਲਬ ਅੱਗੇ ਵੀ ਮੈਂ ਗਲਤੀ ਬੋਲਦਾ, ਅੱਜ ਵੀ ਗਲਤੀ ਬੋਲ ਰਿਹਾ ਸੀ। ਇਨਐਕੂਰੇਟਲੀ ਦਾ ਮਤਲਬ ਕੁਛ ਲਾਈਨਸ ਬੋਲ ਰਿਹਾ ਸੀਗਾ। ਉਹ ਲਾਈਨਸ ਕੀ ਸੀਗੀਆਂ ਬੱਚਿਓ? ਕੁਆਟਰੇਨ ਹੈ 4 ਲਾਈਨਾਂ ਦੀ, ਇੱਕ ਲਾ ਲਓ ਪੋਇਮ ਜੀ ਹੈ। ਤਾਂ ਇਸ ਦੇ ਵਿੱਚ ਉਹ ਕੀ ਕਹਿੰਦਾ ਹੈ, ਕੈਨ ਆਈ ਸੀ ਅਨਦਰਸ ਵੂ। ਕਿ ਵੂ ਦਾ ਮਤਲਬ ਦੁੱਖ ਹੁੰਦਾ ਹੈ, ਕਿ ਮੈਂ ਕੀ ਦੂਸਰਿਆਂ ਦੇ ਦੁੱਖ ਦੇਖ ਸਕਦਾ ਅਤੇ ਫਿਰ ਦੇਖ ਕੇ ਐਂਡ ਨੋਟ ਸ਼ੇਅਰ ਦੇਅਰ ਸੋਰੋ ਟੂ। ਕੀ ਮੈਂ ਉਹਨਾਂ ਦੇ ਦੁੱਖ ਦਰਦ ਵੰਡਾ ਨਹੀਂ ਸਕਦਾ? ਇੱਥੇ ਦੇਖੋ ਵੋ ਦੇ ਨਾਲ ਟੂ ਦੇ ਨਾਲ ਜਿਹੜੀ ਹੈ ਰਾਈਮਿੰਗ ਕੀਤੀ ਹੋਈ ਹੈ। ਉਹ ਨੋ ਨੈਵਰ ਐਟ ਕੈਨ ਇਟ ਬੀ। ਕਹਿੰਦੇ ਕਦੇ ਨਹੀਂ ਹੋ ਸਕਦਾ, ਨੈਵਰ ਕੈਨ ਇਟ ਬੀ। ਅਤੇ ਫਿਰ ਉਹ ਆਪਣੇ ਮਨ 'ਚ ਪੱਕਾ ਨਿਸ਼ਚਾ ਕਰਦਾ ਹੈ ਕਿ ਨਹੀਂ, ਇਹ ਕਦੇ ਵੀ ਨਹੀਂ ਹੋ ਸਕਦਾ। ਕਹਿਣ ਦਾ ਮਤਲਬ ਉਹ ਇੰਨਾ ਥੋਟਫੁਲ ਹੋ ਗਿਆ ਸਕੂਲ ਦੇ ਵਿੱਚ ਜਾਣ ਤੋਂ ਬਾਅਦ ਕਿ ਹੁਣ ਉਸਨੇ ਸੋਚ ਲਿਆ ਕਿ ਜੇਕਰ ਮੈਨੂੰ ਕਦੇ ਕੋਈ ਅਪਾਹਿਜ ਪਰਸਨ ਮਿਲਦਾ ਹੈ, ਡਿਸੇਬਲ ਪਰਸਨ ਮਿਲਦਾ ਹੈ, ਅਤੇ ਮੈਂ ਉਸਦੇ ਦੁੱਖਾਂ ਨੂੰ ਦੇਖ ਕੇ ਉਹਨੂੰ ਅਣਦੇਖਿਆ ਨਹੀਂ ਕਰੂੰਗਾ। ਮੈਂ ਉਸਦੇ ਦੁੱਖਾਂ ਨੂੰ ਸ਼ੇਅਰ ਕਰੂੰਗਾ ਅਤੇ ਸ਼ੇਅਰ ਕਰਕੇ ਮਤਲਬ ਕਿ ਮੈਂ, ਕਿਉਂਕਿ ਮੈਂ ਥੋਟਫੁਲ ਹੋ ਗਿਆ, ਹੁਣ ਮੈਂ ਵਿਚਾਰਸ਼ੀਲ ਹੋ ਗਿਆ, ਅਤੇ ਮੈਂ ਇਹ ਹੋ ਹੀ ਨਹੀਂ ਸਕਦਾ ਕਿ ਮੈਂ ਦੁੱਖਾਂ ਨੂੰ ਸ਼ੇਅਰ ਨਾ ਕਰਾਂ। ਫਿਰ ਉਹ ਦੁਬਾਰਾ ਤੋਂ ਆਪਣਾ ਰੈਜ਼ੋਲਿਊਸ਼ਨ ਦਿੰਦਾ ਹੈ, ਪੱਕਾ ਦ੍ਰਿੜ ਨਿਸ਼ਚਾ ਕਰਦਾ ਹੈ ਕਿ ਮੈਂ ਕਦੇ ਇਹ ਕੰਮ ਮਤਲਬ ਨਹੀਂ ਕਰਾਂਗਾ ਕਿ ਮੈਂ ਉਹਨਾਂ ਦੇ ਦੁੱਖਾਂ ਨੂੰ ਅਣਦੇਖਿਆ ਕਰਾਂ। ਮੈਂ ਉਹਨਾਂ ਦੇ ਦੁੱਖਾਂ ਨੂੰ ਸ਼ੇਅਰ ਕਰਨਾ ਹੀ ਕਰਨਾ ਹੈ। ਤਾਂ ਉਮੀਦ ਹੈ ਬੱਚਿਓ ਕਿ ਤੁਹਾਨੂੰ ਇਹ ਸਾਰਾ ਜਿਹੜਾ ਚੈਪਟਰ ਹੈ ਸਮਝ ਆ ਗਿਆ ਹੋਵੇਗਾ। ਮੈਂ ਕਾਫੀ ਸਾਰੇ ਵਰਡਸ ਦੀ ਮੀਨਿੰਗ ਈਜ਼ੀ ਲੈਂਗੁਏਜ ਦੇ ਵਿੱਚ ਸਮਝਾਏ ਨੇ। ਤਾਂ ਅੱਗੇ ਬੱਚਿਓ ਇਸ ਦੀ ਗਲੋਸਰੀ ਹੈ ਜੋ ਮੈਂ ਹੁਣ ਤੁਹਾਨੂੰ ਹੋਮਵਰਕ ਦੇ ਰਿਹਾ। ਇਹ ਗਲੋਸਰੀ ਦੇ ਜਿੰਨੇ ਵੀ ਵਰਡਸ ਹੈ ਬੱਚਿਓ, ਇਹ ਆਲਮੋਸਟ ਇਹਦੇ ਵਿੱਚ 17 ਵਰਡਸ ਨੇ। ਘੱਟੋ ਘੱਟ 17 ਵਰਡਸ ਦੀ ਤਾਂ ਗਲੋਸਰੀ ਤੁਸੀਂ ਬਣਾਉਣੀ ਹੀ ਹੈ। ਅਤੇ ਜੇ ਹੋ ਸਕੇ ਤਾਂ ਹੋਰ ਵੀ ਤੁਸੀਂ ਜਿਹੜੇ ਮੈਂ ਨਵੇਂ ਵਰਡਸ ਦੱਸੇ ਆ ਤੁਸੀਂ ਐਡ ਕਰ ਸਕਦੇ ਹੋ। ਇਹਨਾਂ ਨੂੰ ਤੁਸੀਂ ਆਪਣੀਆਂ ਫੇਅਰ ਨੋਟਬੁੱਕਸ 'ਤੇ ਕਰ ਲੈਣਾ ਹੈ। ਅਤੇ ਇੱਕ ਕੰਮ ਹੋਰ ਕਰਨਾ, ਮੈਂ ਤੁਹਾਨੂੰ ਪੂਰੇ ਚੈਪਟਰ ਨੂੰ ਪੜ੍ਹਾਉਂਦੇ ਹੋਏ ਕੁਛ ਇਹੋ ਜਿਹੇ ਸੈਂਟੈਂਸਿਸ ਦੱਸੇ ਨੇ ਜਿਹੜੇ ਤੁਸੀਂ ਰੋਜ਼ਮर्रा ਦੀ ਲੈਂਗੁਏਜ ਦੇ ਵਿੱਚ ਯੂਜ਼ ਕਰ ਸਕਦੇ ਹੋ, ਅਤੇ ਉਹਨਾਂ ਦੀ ਲਿਸਟ ਤੁਸੀਂ ਜ਼ਰੂਰ ਬਣਾਉਣੀ ਹੈ। ਮੈਨੂੰ ਇਹ ਸਾਰੇ ਕੰਮ ਦੀਆਂ ਪਿਕਸ ਜ਼ਰੂਰ ਭੇਜ ਦੇਣੀਆਂ ਨੇ ਤਾਂ ਕਿ ਮੈਨੂੰ ਤੁਹਾਡੇ ਵੱਲੋਂ ਫੀਡਬੈਕ ਮਿਲਦੀ ਰਹੇ। ਧੰਨਵਾਦ।